स्टार्ट कीजिए। ਨਮੋ ਬੁੱਧਾ, ਜੈ ਭੀਮ, ਜੈ ਪ੍ਰਬੁੱਧ ਭਾਰਤ। ਯੂਕੇ, ਯੂਰਪ ਤੇ ਬਾਕੀ ਦੇਸ਼ਾਂ ਦੇ ਵਿੱਚ ਦੇਖ ਰਹੇ ਦਰਸ਼ਕਾਂ ਦਾ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਵੱਲੋਂ ਸਥਾਪਿਤ ਕੀਤੇ ਗਏ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਲੋਟਸ ਟੀਵੀ ਵੱਲੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤਰਸੇਮ ਕੌਲ ਅੱਜ ਫਿਰ ਆਪ ਦੇ ਲਈ ਇੱਕ ਸਪੈਸ਼ਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ ਔਰ ਪਹਿਲਾਂ ਦੀ ਤਰ੍ਹਾਂ ਇਸ ਨੂੰ ਫੀਡਬੈਕ ਵੀ ਕਰੋਗੇ। ਇਹ ਜੋ ਲੋਟਸ ਟੀਵੀ ਹੈ ਕਾਂਸ਼ੀ ਟੀਵੀ ਦੇ ਮਾਧਿਅਮ ਤੋਂ ਪ੍ਰਕਾਸ਼ ਕੀਤਾ ਜਾਂਦਾ ਹੈ, ਜਿਸ ਨੂੰ ਤੁਸੀਂ ਸਕਾਈ 772 ਐਵਰੀ ਸੰਡੇ 6 ਵਜੇ 6 ਤੋਂ 7 ਦੇਖ ਸਕਦੇ ਹੋ ਅਤੇ ਇਸ ਨੂੰ ਰਿਪੀਟ ਵੀ ਕੀਤਾ ਜਾਂਦਾ ਹੈ ਵੈਨਸਡੇ ਵਾਲੇ ਦਿਨ 2 ਤੋਂ 3 ਵਜੇ ਤੱਕ। ਇਸ ਨੂੰ ਤੁਸੀਂ ਰਿਪੀਟ ਪ੍ਰੋਗਰਾਮ ਵੀ ਦੇਖ ਸਕਦੇ ਹੋ। ਲੋਟਸ ਟੀਵੀ ਜੋ ਹੈ ਪਰਮ ਪੂਜਯ ਬਾਬਾ ਸਾਹਿਬ ਦੇ ਮਿਸ਼ਨ ਦੀ ਗੱਲ ਕਰਦਾ ਹੈ, ਤਥਾਗਤ ਬੁੱਧ ਦੇ ਧੰਮ ਦੀ ਗੱਲ ਕਰਦਾ ਹੈ। ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਸੀ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਉਤਸਵਾਂ ਦਾ ਇਹ ਸੀਜ਼ਨ ਚੱਲ ਰਿਹਾ ਹੈ, ਖੁਸ਼ੀਆਂ ਦਾ ਸੀਜ਼ਨ ਚੱਲ ਰਿਹਾ ਹੈ। ਅੱਜ ਬੁੱਧ ਵਿਹਾਰ ਬਰਹਮਟਨ ਬੁੱਧ ਵਿਹਾਰ ਦੇ ਵਿੱਚ ਕਥੀਨਾ ਮਨਾਈ ਗਈ ਹੈ। ਬਹੁਤ ਹੀ ਖੁਸ਼ੀਆਂ ਅਤੇ ਚਾਵਾਂ ਅਤੇ ਮਲਾਰਾਂ ਨਾਲ ਮਨਾਈ ਗਈ ਹੈ। ਬਹੁਤ ਸਾਰੇ ਲੋਕ ਇਸ ਵਿੱਚ ਹਾਜ਼ਰ ਹੋਏ ਹਨ। 13 ਪੂਜੇ ਭੰਤੇ ਜੀ, ਪੂਰਾ ਸੰਘ, ਸ਼੍ਰੀਲੰਕਨ ਸੰਘ, ਥਾਈਲੈਂਡ ਤੋਂ ਸੰਘ, ਇੰਡੀਆ ਤੋਂ ਭੰਤੇ ਜੀ, ਬਹੁਤ ਹੀ ਰੌਣਕਾਂ ਸਨ। ਲੋਕ ਵੀ ਬਹੁਤ ਦੂਰੋਂ ਦੂਰੋਂ ਇਸ ਵਿੱਚ ਹਾਜ਼ਰ ਹੋਏ ਹਨ। ਢੋਲ ਢਮੱਕੇ ਵੀ ਹੋਏ ਹੈ, ਪ੍ਰੋਸੈਸ਼ਨ ਵੀ ਹੋਇਆ ਹੈ। ਤੋਂ ਬਹੁਤ ਹੀ ਲੋਕਾਂ ਨੇ ਆ ਕੇ ਇਸ ਨੂੰ ਆਨੰਦ ਮਾਣਿਆ ਹੈ। ਬੜੀ ਸ਼ਰਧਾ ਨਾਲ ਮੀਂਹ ਪੈਂਦੇ ਵਿੱਚ ਵੀ ਬੜੇ ਸ਼ਰਧਾ ਲੋਕਾਂ ਨੇ ਦਿਖਾਈ ਹੈ। ਅੰਦਰ ਆਪਣੇ ਹਾਲ ਦੇ ਵਿੱਚ ਵੀ ਖਚਾ ਖਚ ਹਾਲ ਭਰਿਆ ਪਿਆ ਸੀ। ਤੋਂ ਬਹੁਤ ਸੇ ਖੁਸ਼ੀਆਂ ਨਾਲ ਅੱਜ ਦਾ ਦਿਹਾੜਾ ਮਨਾਇਆ ਗਿਆ ਹੈ। ਇਸ ਬਾਰੇ ਵੀ ਅਸੀਂ ਚਰਚਾ ਕਰਾਂਗੇ। ਇਸ ਦਾ ਇਤਿਹਾਸ ਕੀ ਹੈ, ਇਹ ਕਿਉਂ ਮਨਾਈ ਜਾਂਦੀ ਹੈ, ਇਹ ਇਸ ਬਾਰੇ ਵੀ ਆਪ ਨਾਲ ਵਿਚਾਰ ਵਟਾਂਦਰਾ ਕੀਤਾ ਜਾਏਗਾ। ਤੋਂ ਇਸ ਬਾਰੇ ਚਰਚਾ ਕਰਨ ਲਈ ਇੰਡੀਆ ਤੋਂ ਸਾਡੇ ਪੂਜਨੀਏ ਬੰਤੇ ਜੀ ਧੰਮਾ ਨਾਗ ਜੀ ਲੋਟਸ ਟੀਵੀ ਦੇ ਸਟੂਡੀਓ ਵਿੱਚ ਪਧਾਰੇ ਹਨ। ਲੋਟਸ ਟੀਵੀ ਦੇ ਵਿੱਚ स्टूडियो अपने दम पंते जी ਤੁਹਾਡਾ स्वागत है जी। नमो बुद्धाय, जय भीम, आपका भी स्वागत है। और आज की कठिना सेरेमनी को आप सबको डॉक्टर अंबेडकर मेमोरियल कमेटी और इसके सभी मेंबर्स और सभी इसके जितने भी दर्शक हैं उन सबको फिर से एक बार साधुवाद। आप सबका कल्याण हो, मंगल हो। साधु साधु साधु। बहुत बहुत धन्यवाद जी। ਆਪਾਂ ਫਿਰ ਵੀ ਤੁਹਾਡੇ ਵੱਲ ਆਉਂਦੇ ਆ। ਇਹਨਾਂ ਦੇ ਨਾਲ ਹੀ ਸਾਡੇ ਸਾਥੀ ਦੇਵਲਾਲ ਸੁਮਨ ਜੀ। ਦੇਵਲਾਲ ਸੁਮਨ ਜੀ ਲੋਟਸ ਟੀਵੀ ਦੇ ਸਟੂਡੀਓ 'ਚ ਆਇਆ ਦਾ ਤੁਹਾਡਾ बहुत बहुत स्वागत है जी। थैंक यू कौल साहब। नमो बुद्धा जय भीम। नमो बुद्धा जय भीम बनते जी। सबसे पहले तो आपका स्वागत है। आप बड़ी देर के बाद फिर हमारे डॉक्टर अम्बेडकर मेमोरियल कमेटी के बीच में आए हैं, तो आपका फिर डॉक्टर अम्बेडकर मेमोरियल कमेटी की तरफ से आपका स्वागत है, अभिनंदन है और धन्यवाद है। महाकारुणिक तथागत भगवान बुद्ध जी ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਹੋਇਆ ਪਰਮ ਪੂਜਯ ਬੋਧੀ ਸਤਵ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਕੋਟੀ ਕੋਟੀ ਪ੍ਰਣਾਮ। ਤੇ ਯੂਕੇ, ਯੂਰਪ ਅਤੇ ਹੋਰ ਸਾਰੇ ਦੇਸ਼ਾਂ ਦੇ ਵਿੱਚ ਲੋਟਸ ਟੀਵੀ ਦੇਖ ਰਹੇ ਸਾਰੇ ਹੀ ਪਿਆਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਨਮੋ ਬੁੱਧਾਏ, ਜੈ ਭੀਮ, ਜੈ ਪ੍ਰਬੁੱਧ ਭਾਰਤ ਜੀ। ਬਹੁਤ ਬਹੁਤ ਧੰਨਵਾਦ ਜੀ। ਕਿਉਂ ਨਹੀਂ ਆਪਣੇ ਸੁਮਨ ਜੀ, ਆਪਾਂ ਪੰਤੇ ਜੀ ਕੋਲੋਂ ਜਿਸ ਤਰ੍ਹਾਂ ਅੱਜ ਬਹੁਤ ਸਾਰੇ ਲੋਕ ਆ ਕੇ ਭਿੱਖੂ ਸੰਘ ਦੇ ਕੋਲੋਂ ਉਹਨਾਂ ਨੇ ਆਪਣੇ ਦੀਕਸ਼ਾ ਬਲੈਸਿੰਗ ਲਈਆਂ ਹਨ ਅਤੇ ਪੂਰਾ ਸੰਘ ਸੀ। ਕਿਉਂ ਨਾ ਆਪਣੇ ਜੋ ਜਿੰਨੇ ਵੀ ਦਰਸ਼ਕ ਹਨ, ਆਪਾਂ ਪੂਜੇ ਬੰਤੇ ਜੀ ਨੂੰ ਨਿਵੇਦਨ ਕਰਦੇ ਹਾਂ ਕਿ ਸਾਰਿਆਂ ਨੂੰ ਜਿੰਨੇ ਵੀ ਸਾਡੇ ਦਰਸ਼ਕ ਹਨ ਪੰਤੇ ਜੀ, ਉਹਨਾਂ ਨੂੰ ਤੁਸੀਂ ब्लेसिंग दे दियो प्लीज़। आज की कठिना सेरेमनी के उपलक्ष्य पर डॉक्टर अंबेडकर मेमोरियल कमेटी ऑफ ग्रेट ब्रिटेन इनके माध्यम से चलाया जा रहा है लोटस टीवी, जो ये सोशल एंटरटेनमेंट मीडिया है। इसके माध्यम से उपस्थित सभी उपासक उपासिका, सभी मेंबर्स,
आप सबको सबसे पहले आज की कठिना सेरेमनी की हार्दिक हार्दिक बधाई देता हूँ। और बड़े ही फ़क्र वाली बात है कि आज डॉक्टर अंबेडकर मेमोरियल कमेटी ऑफ ग्रेट ब्रिटेन ये अपनी 40वीं कठिना सेरेमनी मना रही है। और ये आसान बात नहीं है, क्योंकि 1983 से ये कठिना सेरेमनी स्टार्ट की गई थी और तब से आज तक हर एक परिवार हर साल इस कठिना सेरेमनी की जिम्मेदारी अपने कंधों पे लेते हुए हर साल इस फेस्टिवल को मनाता है। इसलिए आज की कठिना सेरेमनी को सबसे पहले मेरी ओर से, सारे भिक्खु संघ की ओर से आप सबको शुभ आशीर्वाद, आप सबका कल्याण हो, आप सबका मंगल हो और फिर से आपके जीवन में बुद्ध धम्म संघ द्वारा धम्म बल के माध्यम से सुख शांति प्राप्त हो। साधु साधु साधु। ਅੱਜ ਜੋ ਭੰਤੇ ਜੀ ਥੈਂਕ ਯੂ। ਜੋ ਅੱਜ ਦੀ ਜੋ ਕਥੀਨਾ ਸੀ, ਜਿਸ ਤਰ੍ਹਾਂ ਭੰਤੇ ਜੀ ਨੇ ਦੱਸਿਆ ਕਿ ਕਮੇਟੀ ਵੱਲੋਂ ਇਹ 40ਵੀਂ ਕਥੀਨਾ ਮਨਾਈ ਗਈ ਹੈ, ਕਿਉਂਕਿ ਸਾਨੂੰ ਜਦੋਂ ਸੁਮਨ ਜੀ ਕਮੇਟੀ ਸ਼ੁਰੂ ਹੀ ਕੀਤੀ ਹੈ ਜੀ, ਸਾਨੂੰ ਬਿਲਕੁਲ ਕਥੀਨਾ ਬਾਰੇ ਕੋਈ ਗਿਆਨ ਨਹੀਂ ਸੀ। ਜਦੋਂ ਬੁੱਧ ਵਿਹਾਰ ਵੀ ਬਣ ਗਿਆ ਜੀ 76 ਦੇ ਵਿੱਚ, ਫੇਰ ਵੀ ਕੋਈ ਗਿਆਨ ਨਹੀਂ ਸੀ ਕਥੀਨਾ ਦਾ ਜੀ। ਹਾਂਜੀ, ਤਾਂ ਪੂਜੇ ਬੰਤੇ ਮਾਨ ਸੰਭੂਨ ਜੀ 83 ਚ ਆਏ ਸੀਗੇ। ਕੋਟੀ ਕੋਟੀ ਤੇ ਨਮਨ। ਸਭ ਤੋਂ ਪਹਿਲਾਂ ਅੱਜ ਉਹਨਾਂ ਨੂੰ ਸੰਭੂਨ ਯਾਦ ਜੀ ਕਰਨਾ ਵੀ ਜ਼ਰੂਰੀ ਆ। ਹਾਂਜੀ, ਜੀ। ਤਾਂ ਸਭ ਤੋਂ ਪਹਿਲਾਂ ਜਦੋਂ ਕਥੀਨਾ ਮਨਾਈ ਗਈ ਸੀ ਤਾਂ ਉਹਨਾਂ ਨੇ ਸ਼ੁਰੂ ਕੀਤੀ ਸੀ ਤੇ ਸਾਨੂੰ ਨਹੀਂ ਪਤਾ ਨਾ ਸੀ। ਉਹ ਕਹਿੰਦੇ ਅਸੀਂ ਕੋਈ ਥਾਈ ਫੈਮਲੀਆਂ ਆ ਰਹੀਆਂ, ਉਹਨਾਂ ਨੇ ਇੱਥੇ ਕੋਈ ਤਿਉਹਾਰ ਮਨਾਉਣਾ ਆ, ਚਲੋ ਇਸ ਉਸ ਤੋਂ ਮਨਾਉਣਾ ਆ। ਤਾਂ ਫਿਰ ਉਹਨਾਂ ਨੇ ਸਾਨੂੰ ਹੌਲੀ ਹੌਲੀ ਸਮਝਾਇਆ ਵੀ ਤੁਸੀਂ ਵੀ ਹਰੇਕ ਸਾਲ ਮਨਾਇਆ ਕਰੋ। ਤਾਂ 40ਵੀਂ ਉਹ ਕਥੀਨਾ ਮਨਾਈ ਗਈ। ਊਸ਼ਾ ਜਿਹੜੀ ਆਪਣੇ ਊਸ਼ਾ ਤੇ ਉਹਨਾਂ ਦੀਆਂ ਲੜਕੀਆਂ ਜੋ ਜੋਤੀ ਤੇ ਮਾਨਿਕਾ ਸੀ, ਉਹਨਾਂ ਵੱਲੋਂ ਮਨਾਈ ਗਈ ਹੈ। तो बहुत ही अच्छा। तो नेक्स्ट ईयर जो कथीना मनाई जा रही है जी, वो साडे मदन कौल ਅਤੇ ਨਰਮਲਾ ਕੌਲ ਦੀ ਫੈਮਿਲੀ ਵੱਲੋਂ ਮਨਾਈ ਜਾ ਰਹੀ ਹੈ। तो मैं ਦੱਸਦਾ ਜਾਵਾਂ ਕਿ 2036 ਤੱਕ ਹਾਂਜੀ ਇਸ ਬੁੱਧ ਵਿਹਾਰ ਦੇ ਵਿੱਚ ਇੱਕ बुकिंग हो चुकी है। बुकिंग हो चुकी है, क्योंकि इस तरह है कि कौल साहब के कोटि कोटि नमन, कोटि कोटि प्रणाम ਬੋਧੀ ਸਤਵ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ, ਜੀ ਜੀ, ਜਿਨ੍ਹਾਂ ਦੀ ਬਦੌਲਤ ਸਾਨੂੰ ਇਹ ਧੰਮ ਮਿਲਿਆ। ਜੀ ਜੀ, ਅਸੀਂ ਧੰਮ ਵਾਲੇ ਹੋਏ। ਜੀ ਜੀ ਜੀ, ਤੇ ਧੰਮ ਦੇ ਨਾਲ ਸਾਨੂੰ ਬਹੁਤ ਵੱਡੀ ਵਿਰਾਸਤ ਮਿਲੀ। ਜੀ ਜੀ ਜੀ, ਉਹ ਵਿਰਾਸਤ ਦੇ ਵਿੱਚ ਸਾਨੂੰ ਇੱਕ ਕਲਚਰ ਵੀ ਮਿਲਿਆ। ਕਲਚਰ ਮਿਲਿਆ। ਅੱਜ ਉਹ ਕਲਚਰ, ਪਹਿਲਾਂ ਅਸੀਂ ਦੂਸਰਾ ਦਾ ਕਲਚਰਾਂ ਦੇ ਵਿੱਚ ਦੂਸਰਿਆਂ ਦੇ ਤਿਉਹਾਰ ਮਨਾਉਂਦੇ ਰਹੇ, ਲੇਕਿਨ ਅੱਜ ਬਾਬਾ ਸਾਹਿਬ ਨੂੰ ਅਸੀਂ ਕੋਟि ਕੋਟि ਪ੍ਰਣਾਮ ਕਰਦੇ ਹਾਂ ਕਿ ਉਹਨਾਂ ਦੀ ਬਦੌਲਤ ਸਾਨੂੰ ਆਪਣਾ ਖੋਇਆ ਹੋਇਆ ਕਲਚਰ ਜਿਹੜਾ ਆ ਉਹ ਸਾਨੂੰ ਵਾਪਸ ਬਾਬਾ ਸਾਹਿਬ ਦੇ ਕੇ ਗਏ। ਇਹ ਸਾਡੇ ਲਈ ਬਹੁਤ ਹੀ ਇੱਕ ਵੱਡੀ ਫਖਰ ਵਾਲੀ ਗੱਲ ਹੈ, ਬੜੇ ਮਤਲਬ ਇੱਕ ਮਾਣ ਵਾਲੀ ਗੱਲ ਹੈ। ਤੇ ਉਹਦੇ ਨਾਲ ਕੀ ਹੈ ਕਿ ਜਦੋਂ ਇਹ ਸਾਡਾ ਆਪਣਾ ਕਲਚਰ ਸਾਨੂੰ ਮਿਲਿਆ, ਜੀ ਜੀ, ਸਾਨੂੰ ਆਪਣੇ ਉਤਸਵਾਂ ਦਾ ਪਤਾ ਲੱਗਾ। ਸਹੀ, ਅੱਗੇ ਤਾਂ ਅਸੀਂ ਤਿਉਹਾਰ ਕਹਿ ਕੇ ਸਾਡੇ ਤੀਰਥ ਸਥਾਨਾਂ ਦਾ ਸਾਨੂੰ ਪਤਾ ਲੱਗਿਆ ਤਿਉਹਾਰ ਕਿ ਤੁਹਾਡੀ ਹਾਰ, ਪਰ ਲੇਕਿਨ ਹੁਣ ਸਾਡਾ ਆਪਣੇ ਉਤਸਵ ਸਾਨੂੰ ਮਿਲੇ ਤੇ ਉਹਨਾਂ ਉਤਸਵਾਂ ਦੇ ਵਿੱਚੋਂ ਬਹੁਤ ਜਗਤ ਦੇ ਵਿੱਚ ਜਿਹੜਾ ਕਥੀਨਾ ਦਾ ਉਤਸਵ ਆ, ਇਹਦੀ ਬਹੁਤ ਹੀ ਵੱਡੀ ਇੰਪੋਰਟੈਂਸ ਹੈ, ਕਿਉਂਕਿ ਇੱਕ ਬਹੁਤ ਵੱਡਾ ਦਾਨ ਆ। ਤਥਾਗਤ ਭਗਵਾਨ ਬੁੱਧ ਜੀ ਨੇ ਦੱਸਿਆ ਹੈ ਕਿ ਇਹ ਜ਼ਿੰਦਗੀ ਦੇ ਵਿੱਚ 8 ਵੱਡੇ ਦਾਨ ਹੁੰਦੇ ਆ, ਉਹਨਾਂ ਦੇ ਵਿੱਚੋਂ ਇੱਕ ਇਹ ਮਹਾਨ ਦਾਨ ਹੈ ਤੇ ਇਹਦਾ ਬੜਾ ਪੁੰਨ ਲਾਭ ਮਿਲਦਾ ਹੈ। ਤਥਾਗਤ ਭਗਵਾਨ ਬੁੱਧ ਦੇ ਸਮੇਂ ਦੀ ਇਹ ਤੋਂ ਸ਼ੁਰੂ ਕੀਤਾ, ਭਿਕਸ਼ੂਆਂ ਤੋਂ ਸ਼ੁਰੂ ਹੋਇਆ। ਤਥਾਗਤ ਬੁੱਧ ਜੀ ਨੇ ਇਹਨਾਂ ਦੇ ਜਿਹੜੇ ਰੈਗੂਲੇਸ਼ਨ ਰੂਲਸ ਬਣਾਏ, ਤਾਂ ਉਹਦੇ ਵਿੱਚ ਇਹ ਵੀ ਆ ਕਿ ਇਹ ਤੁਹਾਡਾ ਜਿਹੜਾ ਕੀਤਾ ਹੋਇਆ ਦਾਨ ਆ, ਇਹ ਕਦੇ ਵਿਅਰਥਾ ਨਹੀਂ ਜਾਂਦਾ, ਕਿਉਂਕਿ ਇਹ ਜਿਹੜਾ ਜਦੋਂ ਕੁਝ ਤੁਸੀਂ ਚੰਗਾ ਕੰਮ ਕਰਦੇ ਆ, ਉਹਦਾ ਫਲ ਜਿਹੜਾ ਆ ਬੇਸ਼ੱਕ ਦੇਰ ਨਾ ਮਿਲਦਾ ਜ਼ਰੂਰ ਆ, ਉਹ ਇਸੇ ਜਨਮ ਦੇ ਵਿੱਚ ਮਿਲਦਾ। ਹਾਂਜੀ, ਹਾਂ। ਤੇ ਇਹਦੀ ਬਹੁਤ ਵੱਡੀ ਇੰਪੋਰਟੈਂਸ ਹੈ। ਹੁਣ ਆਪਾਂ ਆਉਂਦੇ ਕਥੀਨਾ ਦਾ ਇੰਪੋਰਟੈਂਸ। ਹਾਂਜੀ ਹਾਂਜੀ, ਕਿਉਂਕਿ ਇਹ ਸੰਸਾਰ ਭਰ ਦੇ ਜਗਤ ਦੇ ਵਿੱਚ ਆ ਮਹੀਨਾ ਜਿਹੜਾ ਆ ਕਥੀਨਾ ਦਾ ਮਹੀਨਾ, ਦਾਨ ਦੇਣ ਦਾ ਮਹੀਨਾ, ਇਹ ਮਹੀਨੇ ਦੇ ਵਿੱਚ
ਸਾਰੇ ਜਿਹੜੇ ਉਪਾਸਕ ਉਪਾਸਕਾਂ ਹੈ ਬਹੁਤ ਜਗਤ ਦੇ ਵਿੱਚ ਜਿੱਥੇ ਜਿੱਥੇ ਵੀ ਬਹੁਤ ਲੋਕ ਵਸਦੇ ਆ, ਉਹ ਆਪਣੇ ਆਪਣੇ ਬਿਹਾਰਾਂ ਦੇ ਵਿੱਚ ਬੜੇ ਧੂਮਧਾਮ ਨਾਲ ਇਹ ਮਨਾਇਆ ਜਾਂਦਾ ਹੈ ਤੇ ਉੱਥੇ ਦਾਨ ਦਿੱਤਾ ਜਾਂਦਾ ਹੈ। ਇਹਨੂੰ ਆਪਾਂ ਸੰਗਦਾਨ ਵੀ ਕਹਿੰਦੇ ਆ। ਸੰਗਦਾਨ, ਹਾਂ, ਕਿ ਉਸ ਸਮੇਂ ਦੀ ਗੱਲ ਹੈ ਕਿ ਤਥਾਗਤ ਭਗਵਾਨ ਬੁੱਧ ਦੇ ਸਮੇਂ ਦੀ ਗੱਲ ਹੈ ਕਿ ਜਦੋਂ ਉਹਨਾਂ ਦਿਨਾਂ ਦੇ ਵਿੱਚ, ਅੱਜ ਤਾਂ ਸਾਡੇ ਕੋਲ ਬੜੇ ਵਧੀਆ ਸੜਕਾਂ ਆ, ਪੁਲ ਬਣੇ ਆ, ਸਾਡੇ ਕੋਲ ਵਧੀਆ ਬੁੱਧ ਵਿਹਾਰ ਨੇ, ਉਹਨਾਂ ਦਿਨਾਂ ਦੇ ਵਿੱਚ ਕੋਈ ਬੁੱਧ ਵਿਹਾਰ ਜਾਂ ਇਸ ਤਰ੍ਹਾਂ ਨਹੀਂ ਹੋਇਆ ਸੀ ਤੇ ਫੋਰੈਸਟ ਦੇ ਵਿੱਚ ਆਪਣੇ ਛੋਟੇ ਮਤਲਬ ਝੌਂਪੜੇ ਬਣਾ ਕੇ ਤਾਂ ਉੱਥੇ ਭਿਕਸ਼ੂ ਆਪਣੀ ਤਪੱਸਿਆ ਕਰਿਆ, ਧੰਮ ਦੀ ਤਪੱਸਿਆ ਕਰਦੇ ਸੀ। ਤਾਂ ਇਸ ਸਮੇਂ ਦੀ ਗੱਲ ਹੈ ਕਿ ਤਥਾਗਤ ਬੁੱਧ ਇੱਕ ਸਮੇਂ ਉਹਨਾਂ ਨੂੰ ਮਿਲਣ, ਜਦੋਂ ਸ਼ਰਾਵਸਤੀ, ਅਗਰ ਮੈਨੂੰ ਭੰਤੇ ਜੀ ਕਰੈਕਟ ਕਰ ਸਕਦੇ ਆ ਕਿ ਸ਼ਰਾਵਸਤੀ ਦੇ ਵਿੱਚ ਤਥਾਗਤ ਭਗਵਾਨ ਬੁੱਧ ਸੀ, ਤਾਂ ਉਹਨਾਂ ਨੂੰ ਵਰਸਾ ਦੇ ਦਿਨਾਂ ਵਿੱਚ ਇੱਕ ਭਿਕਸ਼ੂ ਸੰਘ ਮਿਲਣ ਨੂੰ ਆਏ। ਤਾਂ ਉਹ ਬਾਰਿਸ਼ਾਂ ਹੋ ਰਹੀਆਂ ਸੀ ਤੇ ਜਦੋਂ ਉਹਨਾਂ ਤੱਕ ਪਹੁੰਚੇ, ਉਹਨਾਂ ਵਿੱਚੋਂ ਕਈ ਭਿਕਸ਼ੂ ਜਿਹੜੇ ਆ ਕੁਝ ਇੰਜਰਡ ਹੋ ਗਏ, ਸੱਟਾਂ ਲੱਗ ਗਈਆਂ, ਕੁਝ ਇਹ ਮੌਤ ਦੇ ਵਸ ਵੀ ਪੈ ਗਏ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇਹ ਸੜਕਾਂ ਤਾਂ ਨਹੀਂ ਹੁੰਦੀਆਂ ਸੀ ਜਿੱਦਾਂ ਅੱਜ ਹੁਣ ਲੈਂਡਸਲਾਈਡ ਹੁੰਦੀਆਂ। ਤਾਂ ਜਦੋਂ ਤਥਾਗਤ ਭਗਵਾਨ ਬੁੱਧ ਨੂੰ ਇਹਦੇ ਬਾਰੇ ਗਿਆਨ ਹੋਇਆ ਤਾਂ ਉਹਨਾਂ ਨੇ ਫਿਰ ਉਦੋਂ ਇਹ ਇੱਕ ਰੂਲ ਬਣਾਇਆ ਕਿ ਵਰਸਾ ਵਾਸਤੇ ਦਿਨਾਂ ਦੇ ਵਿੱਚ ਜਿਹੜਾ ਮੇਰਾ ਭਿਕਸ਼ੂ ਸੰਘ ਆ, ਉਹ ਬੁੱਧ ਵਿਹਾਰਾਂ ਦੇ ਵਿੱਚ ਜਾਂ ਆਪਣੇ ਜਿੱਥੇ ਜਿੱਥੇ ਮੋਨੈਸਟਰੀਆਂ ਦੇ ਵਿੱਚ ਰਹਿ ਕੇ ਤਾਂ ਧੰਮ ਦੀ ਇਹੋ 3 ਮਹੀਨੇ ਜਿਹੜੇ 3 ਮਹੀਨੇ ਫਿਰ ਵਰਸ਼ਾ ਦੇ ਰੇਨੀ ਸੀਜ਼ਨ ਜਿਹੜਾ ਆ ਉਹ ਉਹਨਾਂ ਦੇ ਮਤਲਬ ਉਹਦੇ ਵਿੱਚ ਉਹਦੀ ਪ੍ਰੈਕਟਿਸ ਕਰਨਗੇ। ਤਥਾਗਤ ਬੁੱਧ ਨੇ ਇਹ ਉਦੋਂ ਦਾ ਸਮੇਂ ਦਾ ਰੂਲ ਹੈ। ਤੇ ਜਿਹੜਾ ਇਹਦੇ ਵਿੱਚ ਦੂਸਰੀ ਗੱਲ ਜਿਹੜੀ ਆਉਂਦੀ ਆ ਕਿ ਉਹਨਾਂ ਦਿਨਾਂ ਦੇ ਵਿੱਚ ਇਹ ਕਿਉਂਕਿ ਜਦੋਂ ਇਹ ਸੀਜ਼ਨ ਹੁੰਦਾ ਆ, ਕਿਉਂਕਿ ਆਪਣੀਆਂ ਫਸਲਾਂ ਜਿਹੜੀਆਂ ਆ ਉਹ ਆਪਾਂ ਹਾੜੀ ਸੌਣੀ ਜਦੋਂ ਬਾਰਿਸ਼ਾਂ ਹੁੰਦੀਆਂ ਉਦੋਂ ਉਹਨਾਂ ਦੀ ਬਿਜਾਈ ਹੁੰਦੀ ਆ। ਤਾਂ ਉਦੋਂ ਜਦੋਂ ਫਸਲਾਂ ਉੱਗੀਆਂ ਹੁੰਦੀਆਂ ਸੀ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਿਕਸ਼ੂ ਸੰਘ ਜਿਹੜਾ ਆ ਉਹ ਪੈਦਲ ਚੱਲ ਕੇ ਤੇ ਆਪਣੇ ਧੰਮ ਦਾ ਪ੍ਰਚਾਰ ਕਰਦੇ ਸੀ। ਤਾਂ ਕਈ ਫਸਲਾਂ ਜਿਹੜੀਆਂ ਸੀਗੀਆਂ ਕਿਸਾਨਾਂ ਦੀਆਂ ਉਹ ਤੇ ਦਬ ਜਾਂਦੀਆਂ ਸੀ। ਤਾਂ ਕਿਸਾਨਾਂ ਨੇ ਵੀ ਤਥਾਗਤ ਬੁੱਧ ਦੇ ਕੋਲ ਆ ਕੇ ਉਹਨਾਂ ਦੱਸਿਆ ਕਿ ਤਾਂ ਇਸ ਵਜ੍ਹਾ ਕਰਕੇ ਵੀ ਇਹ ਜਿਹੜੀ ਕਥੀਨਾ ਆ, ਇਹ ਜਿਹੜੀ ਰੂਲ ਆ ਉਦੋਂ ਬਣਾਏ ਗਏ। ਤਾਂ ਉਹਦੇ ਨਾਲ ਹੀ ਜਦੋਂ ਇਹ 3 ਮਹੀਨੇ ਦਾ ਭੰਤੇਗਾਨ ਭਿਕਸ਼ੂ ਸੰਘ ਆਪਣਾ ਫਿਰ 3 ਮਹੀਨੇ ਦਾ ਰਿਟਰੀਟ ਜਿਹੜਾ ਆ, 3 ਮਹੀਨੇ ਦੀ ਜਿਹੜੀ ਧੰਮ ਦੀ ਪ੍ਰੈਕਟਿਸ ਕਰਕੇ ਉਸ ਤੋਂ ਬਾਅਦ ਇਹ ਫਿਰ ਉਹਨਾਂ ਦਾ ਇਹ ਇੱਕ ਕਥੀਨਾ ਦਾ ਮਹੀਨਾ ਆਉਂਦਾ। ਉਹਦੇ ਵਿੱਚ ਭਿਕਸ਼ੂ ਜਿਹੜੇ ਉਹਨਾਂ ਦੇ ਉੱਤੇ ਉਹ ਰੂਲ ਲਾਗੂ ਹੁੰਦੇ ਆ ਕਿ ਜਿਸ ਤਰ੍ਹਾਂ ਕਿ ਭਿਕਸ਼ੂ ਜਿਹੜੇ ਆ 7 ਦਿਨ ਦੇ ਅੰਦਰ ਉਹਨੂੰ ਵਾਪਸ ਆਪਣੇ ਬੁੱਧ ਵਿਹਾਰ 'ਚ ਆਉਣਾ ਪੈਂਦਾ, ਉਹ ਬਾਹਰ ਨਹੀਂ ਰਹਿ ਸਕਦੇ। ਇਹ ਫਿਰ ਉਹਨਾਂ ਤੋਂ ਉਹਨਾਂ ਨੂੰ ਰਿਲੀਫ ਮਿਲਦੀ ਆ। ਅੱਜ ਕਥੀਨਾ ਦਾ ਆਪਣੇ ਵੁਲਵਰਹੈਂਪਟਨ ਵਿੱਚ ਮਨਾਈ ਗਈ। ਪਹਿਲਾਂ ਤਾਂ ਮੈਂ ਸਾਰੇ ਭਿਕਸ਼ੂ ਸੰਘ ਨੂੰ ਵਧਾਈ ਦਿੰਦਾ ਆ ਕਿ ਉਹਨਾਂ ਨੇ ਆਪਣੇ ਬੁੱਧ ਵਿਹਾਰਾਂ ਦੇ ਵਿੱਚ ਰਹਿ ਕੇ, ਮੋਨੈਸਟਰੀਆਂ ਦੇ ਵਿੱਚ ਰਹਿ ਕੇ ਬੜੀ ਵੱਡੀ ਤਪੱਸਿਆ ਕੀਤੀ, ਬੜਾ ਮਤਲਬ ਆਪਣੇ ਧੰਮ ਪਿਟਕਾ ਵਿਨੇ ਪਿਟਕਾ ਦਾ ਜਿਹੜਾ ਅਧਿਐਨ ਕੀਤਾ ਤੇ ਜਿਹੜੇ ਆਪਣੇ ਉਹਨਾਂ ਕੋਲ ਉਪਾਸਕ ਆਉਂਦੇ ਆ ਤੇ ਉਹਨਾਂ ਨੂੰ ਧੰਮ ਦੱਸਿਆ। ਤੇ ਉਹਦੇ ਨਾਲ ਜਿਹੜੇ ਉਪਾਸਕ ਸੀਗੇ ਉਹ ਬੁੱਧ ਵਿਹਾਰਾਂ ਵਿੱਚ ਉਹਨਾਂ ਵਾਸਤੇ ਲੋੜੀਂਦੀਆਂ ਚੀਜ਼ਾਂ ਲੈ ਕੇ ਆਉਂਦੇ ਸੀ। ਤਾਂ ਇਸ ਕਰਕੇ ਅੱਜ ਜਿਹੜੀ ਕਥੀਨਾ ਦਾ ਮਹੀਨਾ ਜਿਹੜਾ ਆ ਇਹ ਬੜਾ ਇੰਪੋਰਟੈਂਟ ਹੈ। ਇਹਦਾ ਬਹੁਤ ਵੱਡਾ ਦਾਨ ਹੈ। ਕਥੀਨਾ ਦਾ ਮਤਲਬ ਹੈ ਕਠਨ ਕੰਮ। ਇਹ ਜਿਹੜਾ 3 ਮਹੀਨੇ ਆ ਭਿਕਸ਼ੂਆਂ ਵਾਸਤੇ ਬੜੇ ਕਠਿਨ ਆ, ਬੜਾ ਮਤਲਬ ਉਹਨਾਂ ਨੂੰ ਉਸ ਵਿਨੇ ਦੇ ਵਿੱਚ ਰਹਿ ਕੇ ਇਹਦਾ ਅਧਿਐਨ ਕਰਨਾ ਪੈਂਦਾ। ਸੁਮਨ ਜੀ, ਆਪਾਂ ਗੱਲਬਾਤ ਨੂੰ ਸ਼ੁਰੂ ਰੱਖਦੇ ਹਾਂ। ਭੰਤੇ ਜੀ ਕੋ ਆਪਾਂ ਬਲੈਸਿੰਗ ਵੀ ਲੈਣੀ ਆ ਤੇ ਇੱਕ ਇਨਫੋਰਮੇਸ਼ਨ ਦੱਸਣੀ ਬਹੁਤ ਜ਼ਰੂਰੀ ਆ। ਜੀ ਕਿਉਂਕਿ ਹੈ ਵੀ ਦੁੱਖ ਭਰੀ ਕਬਰ, ਜ਼ਿੰਦਗੀ ਦੁੱਖ ਔਰ ਸੁੱਖ ਦਾ ਨਾਂ ਇਹ ਜ਼ਿੰਦਗੀ ਹੈ ਜੀ। ਖੁਸ਼ੀ ਔਰ ਗਮੀ ਦਾ ਨਾਂ ਇਹ ਜ਼ਿੰਦਗੀ ਹੈ। ਕਿਉਂਕਿ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਮੈਂਬਰ, ਫਾਊਂਡਰ ਮੈਂਬਰ ਚਮਨ ਲਾਲ ਰੰਧਾਵਾ ਜੀ ਸਾਡੇ ਕੋਲੋਂ 9 ਤਰੀਕ ਨੂੰ 3 ਦਿਨ ਹੋਏ ਆ ਵਿਛੜ ਗਏ। ਚਮਨ ਲਾਲ ਰੰਧਾਵਾ ਜੀ ਡਾਕਟਰ ਅੰਬੇਡਕਰ ਮੈਮੋਰੀਅਲ ਦੇ ਫਾਊਂਡਰ ਮੈਂਬਰ ਸਨ। ਕਮੇਟੀ ਬਣੀ ਨੂੰ 54ਵਾਂ ਸਾਲ ਹੋ ਗਿਆ ਹੈ। ਜਿਹੜਾ ਪਰਿਵਾਰ ਸੀ ਫਾਊਂਡਰ ਮੈਂਬਰਾਂ ਦਾ ਹਾਲੇ ਤੱਕ ਕਾਮਯਾਬ ਸੀ, ਲੇਕਿਨ ਇਹ ਇੱਕ ਮੈਂਬਰ ਅੱਜ ਸਾਤੋਂ ਵਿਛੜ ਗਏ। ਹਾਂਜੀ, ਸਾਨੂੰ ਇੱਕ ਘਾਟਾ ਪੈ ਗਿਆ ਹੈ, ਬਹੁਤ ਵੱਡਾ ਘਾਟਾ ਪੈ ਗਿਆ। ਪਰਿਵਾਰ ਨੂੰ ਤਾਂ ਘਾਟਾ ਪਿਆ ਹੀ ਹੈ, ਲੇਕਿਨ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਨੂੰ ਬਹੁਤ ਵੱਡਾ ਲੋਸਟ ਹੋਇਆ ਹੈ।
क्योंकि इन्हां ਜਿਹੜੇ ਜਿਹੜੇ ਪੁਰਾਣੇ ਇੰਨਾ ਟਾਈਮ ਕਿਸੇ ਮਿਸ਼ਨ ਵਿੱਚ ਰਹਿਣਾ, ਕਿਸੇ ਸੰਸਥਾ ਵਿੱਚ ਰਹਿਣਾ ਕੋਈ ਸੌਖੀ ਗੱਲ ਨਹੀਂ ਹੈ। ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਵੱਲੋਂ, ਲੋਟਸ ਟੀਵੀ ਦੀ ਸਾਰੀ ਟੀਮ ਵੱਲੋਂ, ਆਪਣੇ ਵੱਲੋਂ ਅਸੀਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਅਸੀਂ ਸ਼ਰਧਾਂਜਲੀ ਅਰਪਣ ਕਰਦੇ ਹਾਂ ਚਮਨ ਲਾਲ ਰੰਧਾਵਾ ਜੀ ਨੂੰ। ਉਹਨਾਂ ਦੀ ਫੈਮਿਲੀ ਨਾਲ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹਾਂ। ਉਹਨਾਂ ਦਾ ਫਿਊਨਰਲ ਜੋ ਹੈ ਉਹਨਾਂ ਨੇ ਦੱਸਿਆ ਕਿ 17 ਨਵੰਬਰ ਨੂੰ ਹੋ ਰਿਹਾ ਹੈ। ਤੋ ਜਿਸਨੇ ਵੀ ਪਤਾ ਕਰਨਾ ਹੋਵੇ ਘਰ ਤੋਂ ਪਤਾ ਕਰ ਸਕਦੇ ਆ, ਲੇਕਿਨ 17 ਨਵੰਬਰ ਨੂੰ ਉਹਨਾਂ ਦਾ ਫਿਊਨਰਲ ਕਰਨ ਦੀ ਉਹ ਸੋਚ ਰਹੇ ਹਨ। ਉਹਨਾਂ ਨੇ ਡੇਟ ਵੀ ਲੈ ਲਈ ਹੈ ਤੇ ਕੱਲ੍ਹ ਨੂੰ ਉਹਨਾਂ ਨੇ ਕਨਫਰਮ ਕਰ ਦੇਣਾ ਹੈ ਜੀ। ਤਾਂ ਬਹੁਤ ਬਹੁਤ ਅਫਸੋਸ ਹੈ ਜੀ। ਕੋਟੀ ਕੋਟੀ ਪ੍ਰਣਾਮ ਉਹਨਾਂ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਨੇ ਇਸ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਦੀ ਨੀਂਹ ਰੱਖੀ ਜੀ ਜੀ। ਤਾਂ ਉਹਦੇ ਵਿੱਚੋਂ ਹੀ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਚਮਨ ਲਾਲ ਰੰਧਾਵਾ ਜੀ ਫਾਊਂਡਰ ਮੈਂਬਰ ਸੀ। ਮੈਂ ਇਹ ਕਹਿ ਸਕਦਾ ਕਿ ਦੇ ਆਰ ਦ ਪਾਇਓਨੀਅਰ ਫਾਊਂਡਰ ਮੈਂਬਰ ਆਫ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ। ਉਹਨਾਂ ਦੇ ਸਹਿਯੋਗ ਦੇ ਨਾਲ ਹੀ, ਇਹਨਾਂ ਮੈਂਬਰਾਂ ਦੇ, ਇਹਨਾਂ ਪਰਿਵਾਰਾਂ ਦੇ ਸਹਿਯੋਗ ਦੇ ਨਾਲ ਹੀ ਇਹ ਕਮੇਟੀ ਅੱਜ ਜਿਸ ਮੁਕਾਮ ਤੇ ਪਹੁੰਚੀ ਹੈ, ਇਹ ਇਹਨਾਂ ਦੀ ਮਿਹਨਤ ਹੈ। ਤਾਂ ਜਦੋਂ ਦਾ ਮੈਂ ਉਹਨਾਂ ਨੂੰ ਜਾਣਨ ਲੱਗਾ, ਉਹ ਹਮੇਸ਼ਾ ਕਮੇਟੀ ਦੀ ਸਪੋਰਟ ਦੇ ਵਿੱਚ ਹਮੇਸ਼ਾ ਸ਼ੇਰਦਿਲ ਸੀ। ਉਹ ਜਦੋਂ ਬਾਬਾ ਸਾਹਿਬ ਦੀ ਗੱਲ ਆਉਂਦੀ ਸੀ ਤਾਂ ਇੱਕ ਲਫ਼ਜ਼ ਵੀ ਬਾਬਾ ਸਾਹਿਬ ਦੇ ਖਿਲਾਫ ਸੁਣਨ ਨੂੰ ਤਿਆਰ ਨਹੀਂ ਸੀਗੇ। ਤਾਂ ਬੜੇ ਮਤਲਬ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਆਪਣੇ 22 ਪ੍ਰਤਿਗਿਆਵਾਂ ਦਾ ਉਹਨਾਂ ਦੇ ਉੱਤੇ ਬਹੁਤ ਪੂਰਾ ਅਸਰ ਸੀ। ਤੇ ਅੱਜ ਸਾਨੂੰ ਬਹੁਤ ਹੀ ਘਾਟਾ ਪਿਆ, ਰੰਧਾਵਾ ਪਰਿਵਾਰ ਨੂੰ ਤਾਂ ਘਾਟਾ ਪਿਆ ਹੀ ਪਿਆ, ਇੱਕ ਸਮਾਜ ਨੂੰ, ਇੱਕ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ ਨੂੰ ਬਹੁਤ ਵੱਡਾ ਘਾਟਾ ਪਿਆ। ਹੀ ਵਾਜ਼ ਅ ਟਰੂ ਸੋਲਜਰ ਆਫ ਡਾਕਟਰ ਬਾਬਾ ਸਾਹਿਬ ਅੰਬੇਡਕਰ ਐਂਡ ਦ ਟਰੂ ਡਿਵੋਟੀ ਆਫ ਤਥਾਗਤ ਭਗਵਾਨ ਬੁੱਧ। ਕਿ ਉਹ ਹਮੇਸ਼ਾ ਹੀ ਮਤਲਬ ਬੁੱਧ ਵਿਹਾਰ ਦੇ ਵਿੱਚ ਉਹਨਾਂ ਨੇ ਬੜੀ ਉਹਨਾਂ ਦੀ ਸਪੋਰਟ ਸੀਗੀ। ਸੋ ਵੀ ਫਰੋਮ ਦਾ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ, ਲੋਟਸ ਟੀਵੀ ਦੀ ਸਾਰੀ ਟੀਮ ਵੱਲੋਂ ਵੀ express our heartfelt condolences and sympathies to the family and their relatives and friends and all other near and dear, and we wish may he lead on to the path to the nirvana by his own kushal kamma, and may the family with the blessing of Lord Buddha Dhamma they come to terms in this very difficult time। ਤੇ ਉਹਨਾਂ ਨੇ ਅਸੀਂ ਕਾਮਨਾ ਕਰਦੇ ਹਾਂ ਕਿ ਉਹ ਨਿਵਾਨ ਦੇ ਪੰਧੀ ਬਣਨ ਆਪਣੇ ਕੁਸ਼ਲ ਕਰਮਾਂ ਦੇ ਬਲ ਦੇ ਨਾਲ, ਤੇ ਉਹਦੇ ਪਰਿਵਾਰ ਨੂੰ ਵੀ ਬਹੁਤ ਸਾਰਾ ਹੌਸਲਾ ਮਿਲੇ। ਤੇ ਅਸੀਂ ਸਾਰੇ ਉਹਨਾਂ ਦੇ ਇਸ ਦੁੱਖ ਭਰੀ ਘੜੀ ਦੇ ਵਿੱਚ ਸ਼ਰੀਕ ਹੁੰਦੇ ਹੋਏ ਉਹਨਾਂ ਦੇ ਨਾਲ ਅਫਸੋਸ ਜ਼ਾਹਰ ਕਰਦੇ ਹਾਂ ਤੇ ਉਹਨਾਂ ਨੂੰ ਕੋਟੀ ਕੋਟੀ ਨਮਨ ਕਰਦੇ ਹੋਏ ਸਾਡੇ ਲੇਤਰ ਚਮਨ ਲਾਲ ਰੰਧਾਵਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ ਤੇ ਕਾਮਨਾ ਕਰਦੇ ਹਾਂ ਕਿ ਉਹ may he rest in peace, may he lead on to the path to the nirvana। ਥੈਂਕ ਯੂ ਜੀ। ਆਪਣਾ ਅਸੀਂ ਫਿਰ ਇੱਕ ਵਾਰੀ ਚਮਨ ਲਾਲ ਰੰਧਾਵਾ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਹੋਏ ਮਹਿਮਾ ਨੂੰ ਕੰਮ ਕਰਦੇ ਹਾਂ ਕਿ ਜਿੱਥੇ ਵੀ ਉਹਨਾਂ ਦੇ ਤੱਤ ਗਏ ਹਨ ਸ਼ਾਂਤ ਹੋਣ। ਤਾਂ ਆਪਾਂ ਗੱਲਬਾਤ ਨੂੰ ਸੁਮਨ ਜੀ ਸ਼ੁਰੂ ਕਰ ਇੱਦਾਂ ਆ। ਮਹਾਸੰਬੂਨ ਜੀ ਇੱਕ ਵਾਰੀ ਇਹ ਗੱਲ ਕਰਦੇ ਕਿ ਇੱਕ ਤੀਨਾ ਦਾ ਇਤਿਹਾਸ ਹੈ ਜੀ। ਇਹ ਜਿੱਥੇ ਅਯੁੱਧਿਆ, ਜਿੱਥੇ ਬਾਬਰੀ ਮਸਜਿਦ ਸੀ, ਹਾਂਜੀ, ਜਿੱਥੇ ਅੱਜ ਰਾਮ ਮੰਦਿਰ ਬਣ ਚੁੱਕਾ ਹੈ, ਇਸ ਜਗ੍ਹਾ 'ਤੇ ਇੱਕ ਬੁੱਧ ਵਿਹਾਰ, ਮਹਾਬੁੱਧ ਵਿਹਾਰ ਹੁੰਦਾ ਸੀ ਜੀ। ਹਾਂਜੀ, ਇਹ ਉੱਥੋਂ ਦੀ ਘਟਨਾ ਸ਼ੁਰੂ ਹੋਈ ਹੈ ਜੀ ਜੀ। ਹਾਂਜੀ, ਉਹਨਾਂ ਨੇ ਦੇਖਿਆ ਵੀ ਜਿਹੜੇ ਜਿਸ ਤਰ੍ਹਾਂ ਤੁਸੀਂ ਅੱਜ ਵੀ ਫਲੱਡ ਕਿੰਨੇ ਆਉਂਦੇ ਆ, ਅੱਜ ਵੀ ਲੈਂਡਸਕੇਪ ਕਿੰਨੇ ਹੁੰਦੇ ਆ, ਅੱਜ ਵੀ ਕਿੰਨੇ ਭੁਚਾਲ ਆਉਂਦੇ ਆ, ਇਹਨਾਂ ਦਿਨਾਂ ਦੇ ਵਿੱਚ ਪਾਣੀ ਕਿੰਨਾ, ਹਾਂਜੀ, ਹੜ੍ਹ ਆਉਂਦੇ ਆ, ਇਹਦੇ ਨਾਲ ਬਹੁਤ ਨੁਕਸਾਨ ਹੁੰਦਾ। ਇਸ ਕਰਕੇ ਕੀਤਾ ਗਿਆ ਸੀ। ਹਾਂਜੀ ਪੰਤ ਜੀ, ਤੁਹਾਡਾ ਕੀ ਖਿਆਲ ਆ ਵੀ ਦੋ ਜਗ੍ਹਾ ਦੱਸੀਆਂ ਗਈਆਂ, ਇਹ ਜੀ ਕਥੀਨਾ ਦਾ ਇਤਿਹਾਸ ਤੁਹਾਡੇ ਖਿਆਲ ਅਨੁਸਾਰ ਕੀ ਆ? कठिना के बारे में अगर जाने तो ये भगवान बुद्ध ने उन परिस्थितियों में कठिना शुरू की थी। भिक्खु संघ के हिसाब से इसे कहते हैं पवारना। और पवारना के बाद में होती है कठिना।
कठिनाई यानी कोई भी भिक्षु किसी भी विहार में 3 महीने धम्म में तपता है और इस तरह से तपता है कि इसी 3 महीने के बीच वो अपनी कुछ अवस्था को प्राप्त कर सकता है। वो श्रोतापन्न अवस्था भी प्राप्त कर सकता है, सक्रोदागामी अवस्था भी प्राप्त कर सकता है, अनागामी अवस्था भी प्राप्त कर सकता है और अरहत अवस्था भी प्राप्त कर सकता है। लेकिन साथ ही साथ ये तीनों अवस्था, चारों अवस्था प्राप्त करते करते उपासक इनके लिए भी इन 3 महीने में कुछ नियमावली उनके लिए भी दी गई है, कुछ कोड ऑफ कंडक्ट उनके लिए भी है। अगर कोई भिक्षु किसी भी विहार में 3 महीने रुकता है तो उस भिक्षु की सारी खान पान रहन इसकी सारी व्यवस्था उपासक या उपासिका के माध्यम से उसकी जिम्मेदारी ली जाती है। और इसी तरह से ये कठिना सेरेमनी चली आ रही है, क्योंकि आज हम देखते हैं कि थोड़ा सा मॉडर्न युग है, लेकिन उस समय ऐसी कोई बड़े बंगले महल नहीं थे। तब तथागत भगवान बुद्ध और उनका संघ उस समय की गुफाओं में, खंडरों में ये 3 महीने बारिश के कारण इधर उधर ना जा सके, क्योंकि बारिश ज़्यादा होने से कभी फ्लड भी आता था, नदियों को बाढ़ आती थी और उस समय भिक्षु की हानि ना हो। और इसलिए फिर उन्हें एक नियम बनाया कि क्यों ना सारे भिक्षु वर्षवास, जिसे वर्षा और वास, वर्षा यानी बारिश, वास यानी निवास करना, तो ये वर्षवास हम किसी एक जगह करेंगे। ये 3 महीने का बारिश का समय जो है इसे अच्छी तरह से हम अध्ययन करते हुए एक जगह स्थानापन्न होकर इसे पूरा करेंगे। तो इसलिए वर्षवास स्टार्ट हुआ। और फिर उसके बाद में वर्षवास हो जाने के बाद में क्या करना है, वर्षवास तो हो गया ना, तो फिर वर्षवास हो जाने के बाद में फिर इसको कठिन चिवर दान का नाम आया। तो कठिन चिवर दान का जो नाम आया, इसके पीछे भी बुद्ध शासन में एक बहुत बड़ी कहानी है। क्योंकि बुद्ध ने जब अपना पहला वर्षवास किया सारनाथ में, मृगदाय वन में, तो उस समय बुद्ध के लिए, बुद्ध की एक उपासिका थी, पहले सिद्धार्थ गौतम की वो मासी थी, बाद में सिद्धार्थ गौतम ने बुद्धत्व प्राप्त करने के बाद वो एक उनकी उपासिका बनी। और उस उपासिका ने, जिसका नाम था प्रजापति गौतमी, और उसने अपने हाथों से चीवर सिया और इस तरह से वो चीवर को बुना, इतना फाइन बुना, वो बुनते बुनते उसके हाथों में स्वेलिंग आ गई, हाथों में खून आ गया। और फिर उसकी आंतरिक इच्छा थी कि मैं अपने हाथों से बुद्ध के लिए चीवर बनाऊं और वो चीवर बना के बुद्ध को दान करूं। तो वो चीवर लेके बुद्ध के पास में जाती है और बुद्ध को दान करती है। जब भगवान बुद्ध को वो दान करती है तो अपने दोनों हाथों से जब भगवान बुद्ध को वो चीवर ऑफर करती है, भगवान बुद्ध चीवर उठाने के बाद में उसके हाथों को देखते हैं तो हाथों में खून लगा हुआ था, जख्म हुई थी, हाथ सूजे हुए थे, काफी स्वेलिंग थी। तो बुद्ध ने पूछा कि आपके हाथ इतने खून से क्यों भरे हुए, इतने हाथों में स्वेलिंग क्यों है, इतने हाथों में सूजन क्यों है। तो वो कहती है कि भगवान, मैंने आपके लिए ये 3 महीने कठिन परिश्रम करके आपके लिए चीवर सिया है और मैं इसे आपको दान करना चाहती हूँ। तो बुद्ध ने कहा
कि ये आपकी पुण्य पारमी है, ये आपके पुण्य कर्म है जो आप ये चिवर बुद्ध को दान देना चाहती है। मगर आज मैं अकेला नहीं हूं, तो मेरे साथ में सारा संघ है, तो आप मुझे दान न देते हुए ये चिवर संघ को दान करें। किसी के वे काम आ सकता है। तो बुद्ध ने वो चिवर खुद के लिए स्वीकार न करते हुए बुद्ध ने वो चिवर संघ के लिए स्वीकार किया, और फिर बुद्ध और उनका संघ ने फिर ये निर्णय लिया कि जिस भी भिक्षु ने किसी भी जगह 3 महीने अच्छी तरह वर्षवास किया हो, नियमों का उल्लंघन ना किया हो, नियमों का पालन किया हो और धम्म के सानिध्य में अपने आप को तपाया हो, लोगों को धम्म की ओर आकर्षित किया हो, ऐसे भिक्षु को वो चिवर देना चाहिए। तो फिर सारा संघ मिलकर, जिस तरह से आज हमने कठिना सेरेमनी के बीच में भंते सुमन श्री को संघ की ओर से वो चिवर दान दिया, उसी तरह से भगवान बुद्ध और उनका संघ एक अच्छे भिक्षु को चुनते थे और उसे वो कठिन चिवरदान दान के स्वरूप में देते थे। और इस तरह तब से ये परंपरा चली आ रही है कठिन चिवरदान की। और ये कठिन चिवरदान की परंपरा अगर हम देखें तो ये बुद्ध शासन से लेके तो अब तक ये चली आ रही है, चाहे फिर वो श्रीलंका हो, चाहे फिर वो थाईलैंड हो, बर्मा हो, जितने भी थेरवादा बुद्धिस्ट कंट्री है, जितने भी थेरवादा बौद्ध देश है, वहां पे ये सबसे बड़ा महोत्सव अगर बौद्धों का कोई है, सबसे बड़ा अगर फेस्टिवल बौद्धों का कोई है, तो उसे ये कठिन चिवरदान का उत्सव है। इसे कठिन चिवरदान का महाउत्सव भी कहते हैं। लोग आते हैं, गाते हैं, झूमते हैं, नाचते हैं और इस तरह से ये उत्सव को मनाया जाता है। जिस तरह से आज आपने ढोल नगाड़े के साथ में अच्छी प्रोसेशन निकाली और जिस भी परिवार ने आज संघ को जो चिवर दान दिया है, शायद उस परिवार के माध्यम से, उनके पुण्य कर्मों के माध्यम से उन्हें ये मौका मिला, उन्हें ये अवसर मिला। तो मैं आशा करता हूँ कि धम्मोपासिका उषा और उनका सारा परिवार जिन्होंने आज की ये कठिना सेरेमनी के लिए चिवर संघ को दान दिया है, तो ये उनके पुण्य कर्म है। जाने अनजाने में उनके हाथों से आज ये पुण्य कर्म हुआ और इस पुण्य कर्म का लाभ उन्हें निश्चित तौर पे मिलेगा। और बुद्ध धम्म संघ की ओर से उन्हें शुभ आशीर्वाद कि उनके जीवन में हमेशा सुख, शांति, धन, वैभव, ऐश्वर्य और यश इन्हें प्राप्त हो। और इसी तरह से साल दर साल ये कठिना सेरेमनी चलते रहे, लोगों को पुण्य कार्य करने का मौका और अवसर प्राप्त होता है। बहुत बहुत धन्यवाद जी, बहुत बहुत धन्यवाद जी। पंत जी, हमारे जहाँ श्रीलंकन बहुत ही एजुकेटेड कह लो पंत जी डॉक्टर सदातिस्सा जी रहा करते थे। वो जब बाबा साहब ने दीक्षा ली थी ना, उनमें से एक थे। वो 5 भिक्षु थे, मेन तो चंद्रमणि जी से, तो एक उनमें थे सदातिस्सा जी से, डॉक्टर सदातिस्सा जी से। तो एक बार जो है उसको सवाल आया था कि जैसे आपने बोला कि गुफाओं में रहते थे, कच्चे रास्ते थे, वो ने बोला कि आप तो झोंपड़ में रहते हैं, यहाँ तो कोई कच्चे मकान भी नहीं है, यहाँ तो रास्ते भी पक्के हैं, तो यहाँ का क्या ज़रूरत है कठिना मनाने की? आपके ख्याल में क्या है कि यहाँ ऐसे मुल्क में मनानी चाहिए यहाँ के? जैसे चाहे आपका यूनाइटेड किंगडम हो, चाहे यूरोप हो, या फिर जितने भी डेवलप कंट्रीज हो, बुद्ध शासन जहाँ जहाँ है वहाँ वहाँ लोगों को कल्चर में ढालने के लिए, लोगों को बुद्ध का कल्चर समझ आए, क्योंकि यही एक ऐसी त्यौहार होता है, यही एक ऐसी फेस्टिवल होता है जहाँ पे बड़े बुजुर्ग, छोटे बड़े सभी लोग इन्वॉल्व होते हैं, मिक्स होते हैं और फिर उनको ये संघ का कल्चर पता चलता है। वो संघ को सरेंडर होते हैं, संघ के शरण जाते हैं और फिर उनके मन में बुद्ध के संस्कारों का बीजारोपण होता है।
अगर आप उन्हें इस तरह के महोत्सव नहीं देंगे तो फिर उन्हें बुद्धिज्म कैसे पता चलेगा। बात यूके की नहीं है या बात यूरोप की नहीं है, ये सभी जितने भी बुद्धिस्ट डेवलप कंट्री है आज हर जगह बड़े पैमाने पे कटिना सेरेमनी होती है। कई कई जगह तो उन्होंने उसको इंटरनेशनल कटिना सेरेमनी भी करवा दिया है कि एक देश से नहीं विभिन्न विभिन्न देशों से सारे मोंग को आमंत्रित किया जाए और उनको एक इंटरनेशनल कटिना सेरेमनी का नाम देके इंटरनेशनल लेवल पे उसको उस महोत्सव को मनाया जाए। तो इस तरह से भी काफी जगह हो रहा है। तो डायरेक्टली इनडायरेक्ट डॉक्टर अंबेडकर मेमोरियल कमेटी के अंदर में आज जो कटिना सेरेमनी हुई वो भी एक इंटरनेशनल लेवल की ही कटिना सेरेमनी हुई, क्योंकि यहाँ पे किसी एक कंट्री से भिक्षु नहीं था, श्रीलंका से था, थाईलैंड से था, बांग्लादेश से था, इंडिया से था, तो 4 कंट्री के भिक्षु इसमें भी इन्वॉल्व हुए। तो ये भी डायरेक्टली इनडायरेक्टली इंटरनेशनल कटिना सेरेमनी हमने आज यहाँ पे सेलिब्रेट की है। तो ये भी बहुत बड़ा पुण्य कर्म है। अब यहाँ पे ठंडी हवा है, बारिश है, नहीं है, ये सारी चीजें है। तो लेकिन अगर आपने देखा जाए तो कुछ भारतीय बौद्ध उपासक के साथ साथ आपके कटिना सेरेमनी में और भी अलग अलग संप्रदाय से अलग अलग कंट्री के लोग भी उसमें इन्वॉल्व हुए, तो उन्होंने भी जाना कि ये क्या है। तो आपके ब्रिटिश पीपल भी उसमें इन्वॉल्व हुए, आए थे। तो ये जो सारी चीज है तो उनको ये अंडरस्टैंड होता है कि जब भिक्षु संघ किसी फंक्शन में करता है तो किसी शालीनता के साथ में, विनयशीलता के साथ में वो उसको मनाता है, और कोई भी इसके अंदर में यानी सुपरस्टिशंस नहीं होती है। सारी की सारी बुद्धा की जो साइंटिफिक फिलोसॉफी के आधार पर चला आता है, तो वो महोत्सव कठिना महोत्सव आज हम मना रहे हैं। तो उससे भंते ने कहा होगा कि यहाँ पे जरूरत नहीं है, उस समय बड़े बड़े खंडर थे, रास्ते नहीं थे, पथरीले रास्ते थे, लेकिन अगर उस समय भगवान बुद्ध पथरीले रास्ते पे चलकर एक जगह रह सकते थे, तो आज हम मॉडर्न युग में हैं, तो बारिश तो उसी समय भी हो रही है, आज भी हो रही है। तो बारिश के समय ना हम उस समय कहीं भाग सकते थे, जा सकते थे, ना आज कहीं जा सकते हैं। तो बारिश के समय हमको एक जगह रुकना ही पड़ता है, और जब एक जगह रुकेंगे तो आपको ये वर्षवास करना ही पड़ेगा, और वर्षवास करोगे तो आपको कटिना सेरेमनी का महोत्सव करना पड़ेगी। आपकी जानकारी लिए, जैसे आपने भिक्षु संघ को बोल रहा है कि इंटरनेशनल भिक्षु संघ था, लोग भी जो आए थे बनते जी, वो भी दूसरी कंट्री से, श्रीलंकन भी थे जी, थाई भी थे, लड़कियां मलेशियन लड़कियां भी आई हैं, और ऐसा इंडिया तो थे ही थे। तो अपने महाराष्ट्र लोग भी आए थे, गुजरात से भी लोग आए थे, पंजाबी तो मेन ही थे। ਉਹਦੇ ਨਾਲ ਤੁਹਾਡੀ ਗੱਲ ਦੇ ਨਾਲ ਮੈਂ ਹੋਰ ਮੈਂ ਐਡ ਕਰ ਦਵਾਂ ਕਿ ਜਿੱਦਾਂ ਭੰਤੇ ਜੀ ਨੇ ਦੱਸਿਆ ਕਿ ਇਹ ਨਹੀਂ ਹੈ ਕਿ ਕੰਟਰੀ ਕਿੰਨਾ ਡਿਵੈਲਪ ਹੋ ਚੁੱਕਾ ਹੈ, ਜਿਹੜਾ ਸ਼ਰਧਾ ਹੈ ਆਉਣ ਵਾਲੀ ਪੀੜ੍ਹੀਆਂ ਦੇ ਵਿੱਚ ਸ਼ਰਧਾ ਨੂੰ ਉਤਪੰਨ ਕਰਨਾ, ਅਗਰ ਅਸੀਂ ਇਹ ਕਲਚਰ ਜਿਹੜਾ ਆ ਅਸੀਂ ਉਹ ਨਹੀਂ ਕਰਾਂਗੇ, ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗੂਗਾ ਕਿ ਲੋਰਡ ਬੁੱਧਾ ਦੀਆਂ ਜਿਹੜੀਆਂ ਟੀਚਿੰਗ ਆ। ਅੱਜ ਕਿੰਨਾ ਸੋਹਣਾ ਭੰਤੇ ਜੀ ਉਹਨਾਂ ਨੇ ਜਿਹੜਾ ਅੱਜ ਧੰਮ ਦੇਸ਼ਨਾ ਦਿੱਤੀ ਆ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜਾ ਕਠਿਨਾ ਦਾ ਜਿਹੜਾ ਉਤਸਵ ਆ, ਇਹ ਜਿਹੜਾ ਮਹਾਦਾਨ ਹੈ, ਕਠਿਨ ਦਾਨ ਹੈ, ਇਹਦਾ ਫਾਇਦਾ। ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਕਿ ਕਠਿਨ ਮੀਨ ਸੋਲਿਡ, ਅਨਬ੍ਰੇਕੇਬਲ ਜੀ। ਇਹ ਜਿਹੜਾ ਜਿੱਦਾਂ ਅੱਜ ਸਾਡੇ ਭੈਣ ਜੀ ਊਸ਼ਾ ਤੇ ਉਹਨਾਂ ਦੀ ਬੇਟੀ ਜੋਤੀ ਮਨੀਕਾ ਤੇ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਇਹ ਕੀਤਾ, ਇਹਦਾ ਜਿਹੜਾ ਮੈਰਿਟ ਹੈ ਜੀ, ਇਹਦਾ ਜਿਹੜਾ ਪੁੰਨ ਲਾਭ ਆ ਜੀ, ਉਹ ਵੀ ਪੁੰਨ ਲਾਭ ਵੀ ਇੱਕ ਸੋਲਿਡ ਰੌਕ ਕੀ ਤਰ੍ਹਾਂ ਆ, ਅਨਸ਼ੇਕੇਬਲ ਜੀ, ਕਿ ਇਹ ਜਿਹੜਾ ਤੁਹਾਡਾ ਪੁੰਨ ਦਾਨ ਕੀਤਾ ਆ, ਇਹਦਾ ਪੁੰਨ ਲਾਭ ਜਿਹੜਾ ਆ, ਇਹ ਵੀ ਤੁਹਾਨੂੰ ਵੱਡੀਆਂ ਤੋਂ ਵੱਡੀਆਂ ਕਠਿਨਾਈਆਂ ਜਿਹੜੀਆਂ ਆ ਉਹ ਤੋਂ ਤੁਹਾਨੂੰ ਮਤਲਬ ਇਹ ਤੁਹਾਨੂੰ ਸੇਵ ਕਰਦਾ ਹੈ। ਮਤਲਬ ਜਿਹੜੀ ਜਿੱਦਾਂ ਰੌਕ ਨੂੰ ਤੁਸੀਂ ਹਿਲਾ ਨਹੀਂ ਸਕਦੇ, ਇਹ ਤੁਹਾਡੇ ਦੁਆਰਾ ਕੀਤਾ ਗਿਆ ਜਿਹੜਾ ਪੁੰਨ ਕਰਮ ਆ, ਉਹਦੇ ਲਾਭ ਨੂੰ ਵੀ ਵੱਡੀ ਤੋਂ ਵੱਡੀ ਵੀ ਤੁਹਾਡੇ ਤੇ ਮੁਸੀਬਤ ਆ ਜਾਵੇ ਉਹਨੂੰ ਹਿਲਾ ਨਹੀਂ ਸਕਦੀ। ਤੇ ਅੱਜ ਬੜੇ ਧੂਮਧਾਮ ਦੇ ਨਾਲ ਅੱਜ ਅਸੀਂ ਭਿੱਖੂ ਸੰਘ ਨੂੰ ਵੀ ਵਧਾਈਆਂ ਦਿੰਦੇ ਆ। ਅੱਜ ਭੰਤੇ ਸਾਡੇ ਸੁਮਨਾ ਸ਼੍ਰੀ ਮਾਂ ਥੇਰੋ ਜੀ ਨੂੰ ਵੀ ਕੰਗ੍ਰੈਚੁਲੇਸ਼ਨ ਹੈ, ਕਿਉਂਕਿ ਦੂਸਰੀ ਗੱਲ ਭੰਤੇ ਜੀ ਹੁਣੇ ਬਹੁਤ ਵਧੀਆ ਗੱਲ ਦੱਸੀ ਹੈ ਕਿ ਭਾਰਤ ਦੇ ਵਿੱਚੋਂ ਕਲਚਰ ਹੀ ਤਾਂ ਚਲੇ ਗਿਆ ਸੀ,
ਹਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਸਾਡਾ ਕਲਚਰ ਕੀ ਹੈ। ਪਤਾ ਹੀ ਨਹੀਂ ਸੀ। ਮੈਂ ਜਿੱਦਾਂ ਪਹਿਲਾਂ ਗੱਲ ਦੱਸ ਕੇ ਹਟਿਆ ਕਿ ਅਸੀਂ 7-8 ਸਾਲ ਸਾਨੂੰ ਪਤਾ ਹੀ ਨਹੀਂ, ਅਸੀਂ ਬੁੱਧ ਵਿਹਾਰ ਚਲਾਉਂਦੇ ਸੀ, ਸਾਨੂੰ ਪਤਾ ਹੀ ਨਾ ਸੀ। ਤੇ ਉਹ ਬਾਬਾ ਸਾਹਿਬ ਜੀ ਨੇ ਇੰਨੀ ਮਿਹਨਤ ਦੇ ਨਾਲ ਉਹਨੂੰ ਡਿੱਗ ਕੀਤਾ। ਜੀ ਆਵਰ ਐਂਸੈਸਟਰਸ ਵਰ ਬੁੱਧਿਸਟ, we had our own culture, so that what he brought to us। ਜੀ so ਅੱਜ ਜਿਹੜਾ this culture we are given to our coming generations। ਜਿਸ ਤਰ੍ਹਾਂ ਕਹਿੰਦੇ ਆ ਕਿ ਇਹ ਜਿਹੜੀ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ ਆ, ਜੀ ਇਹਨਾਂ ਨੇ ਇੱਕ ਸਾਰੇ ਜਿੰਨੇ ਵੀ ਮੈਂਬਰ ਆ, ਜਿੰਨੇ ਵੀ ਸਪੋਰਟਰ ਆ, ਇੱਕ ਇੰਨਾ ਮਾਰਕੇ ਦਾ ਕੰਮ ਕੀਤਾ ਕਿ ਅਸੀਂ ਬੱਚਿਆਂ ਨੂੰ ਇੱਕ ਪਹਿਚਾਨ ਦੇ ਚੱਲੇ ਆ। ਸਹੀ ਗੱਲ ਹੈ। ਦੇ ਕੈਨ ਬੀ ਰੈਕੋਗਨਾਈਜ਼, ਜਿਹੜੀ ਬਾਬਾ ਸਾਹਿਬ ਨੇ ਸਾਨੂੰ ਪਹਿਚਾਨ ਦਿੱਤੀ ਆ। ਜਿਸ ਤਰ੍ਹਾਂ ਕਿ ਉਹਨਾਂ ਦੇ ਰਤੂ ਸਾਹਿਬ ਦੀ ਜਿਹੜੀ ਕਲਮ ਤੋਂ ਬੋਲ ਨੇ, ਹਾਂਜੀ, बुद्ध की शरण की दे गयो, एक कसम पूरी हो गई, भारत दे भाग जाग पे एक कौम जिंदा हो गई। ਅੱਜ ਸਾਡੇ ਵਿੱਚ ਜਾਨ ਪਾ ਗਿਆ। ਅੱਜ ਅਸੀਂ ਇੰਟਰਨੈਸ਼ਨਲ ਲੈਵਲ ਤੇ ਅੱਜ ਭੰਤੇ ਜੀ ਸਾਡੇ ਕੋਲ ਬੈਠੇ ਲੋਟਸ ਟੀਵੀ ਦੇ ਸਟੂਡੀਓ ਤੇ, ਅਸੀਂ ਅੱਜ ਉਹ ਧੰਮਾਂ ਨੂੰ ਡਿਸਕਸ ਕਰ ਰਹੇ ਹਾਂ। ਅਗਰ ਅਸੀਂ ਇਹ ਧੰਮਾਂ ਅੱਜ ਡਿਸਕਸ ਨਹੀਂ ਕਰਾਂਗੇ, ਇਹ ਉਤਸਵ ਨਹੀਂ ਮਨਾਵਾਂਗੇ, ਤੇ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਫੇਰ ਗਵਾਚ ਜਾਵੇਗੀ। ਤਾਂ ਇਹ ਸਭ ਤੋਂ ਵੱਡਾ ਜਿਹੜਾ ਇੱਕ ਪੁੰਨ ਕਰਮ ਜਿਹੜਾ ਆ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਕਰ ਰਹੀ ਆ। ਤੇ ਕੋਟੀ ਕੋਟੀ ਪ੍ਰਣਾਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ, ਤੇ ਬਹੁਤ ਬਹੁਤ ਵਧਾਈਆਂ ਭੈਣ ਜੀ ਊਸ਼ਾ ਜੀ ਨੂੰ, ਤੇ ਜਿੰਨੇ ਵੀ ਉਪਾਸਕਾਂ ਆਏ ਆ ਉਹਨਾਂ ਨੂੰ ਵੀ ਇਹਦਾ ਲਾਭ ਹੋਇਆ, ਧੰਮ ਸੁਣਨ ਨੂੰ ਮਿਲਿਆ। ਕਿ ਉਹ ਕਿੱਦਾਂ ਆਪਣੇ ਮਹਾਮੰਗਲ ਸੂਤਰ ਦੇ ਵਿੱਚ ਗਾਥਾ ਆ ਕਿ ਗਾਵੋਚ ਨਿਵਾਤੋਚ ਸੰਤੁਠੀਚ कत उनता काले ने दम सबनंग एतंग मंगल मुतमंग। सेल्फ रिस्पेक्ट मिली है कि वी आर सेलिब्रेटिंग आवर ओन कल्चर। निवातोच सारे बड़े निमरता दे नाल बैठे सी, संतुष्टि च सारे बड़े संतुष्ट दे नाल बैठे सी। तां ਅਸੀਂ ਅੱਜ ਜੋ ਕੀਤਾ ਹੈ, ਅਸੀਂ ਅਹਿਸਾਨ ਮੰਨਦੇ ਹਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ, ਤੇ ਅੱਜ ਸਾਨੂੰ ਸਮੇਂ ਸਿਰ ਧੰਮ ਸੁਣਨ ਨੂੰ ਮਿਲਿਆ। ਬਹੁਤ ਹੀ ਮੰਗਲ। ਇਸ ਬਾਰੇ ਆਉਂਦੇ ਨੇ ਫਿਰ ਗਾਹਾਂ ਗੱਲ ਕਰਦੇ ਹਾਂ ਜੀ। ਆਪਾਂ ਨੂੰ ਹੋਰ ਵੀ ਟੈਲੀਫੋਨ ਆਏ, ਉਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਆ। ਵਧਾਈਆਂ ਦੇ ਰਹੇ ਆ ਸ਼ੀਸ਼ ਬੱਧਨ ਜੀ, ਤੇ ਬਹੁਤ ਬਹੁਤ ਵਧਾਈਆਂ ਦੇ ਰਹੇ ਆ ਜੀ ਮੁਲਕ ਰਾਜ ਜੀ, ਔਰ ਨਾਲ ਨਾਲ ਪੰਤੇ ਜੀ ਦਾ ਵੀ ਵੈਲਕਮ ਕਰ ਰਹੇ ਆ। ਯਾਦ ਰਹੇ ਕਿ ਪੰਤੇ ਜੀ ਸਾਡੇ ਕੋਲ 2 ਸਾਲ ਲਈ ਆ ਗਏ ਹਨ। ਤੁਸੀਂ ਇਹਨਾਂ ਦਾ ਲਾਭ ਜ਼ਰੂਰ ਉਠਾਓ, ਕਿਉਂਕਿ ਅੰਬੇਡਕਰੀ ਪੰਤੇ ਮਿਲਦੇ ਨਹੀਂ ਹੈ। ਵੀ ਆਰ ਵੈਰੀ ਵੈਰੀ ਲੱਕੀ ਕਿ ਪੰਤੇ ਪੂਜਨੀय ਬੰਤੇ ਧੰਮਾਨਾਥ ਜੀ ਸਾਡੇ ਕੋਲ 2 ਸਾਲ ਸਾਡੀ ਉਹਨੇ ਬੇਨਤੀ ਨੂੰ ਕਬੂਲ ਕੀਤਾ, ਤੇ ਅੱਜ ਸਾਡੇ ਕੋਲ ਇੰਨੀ ਬਿਜੀ ਸ਼ਡਿਊਲ ਆਪਣਾ ਵਿੱਚ ਕੱਢ ਕੇ ਸਾਡੇ ਕੋਲ ਆਏ ਆ। ਵੀ ਆਰ ਵੈਰੀ ਗ੍ਰੇਟਫੁਲ ਟੂ, ਕਿਉਂਕਿ ਉੱਥੇ ਇਹਨਾਂ ਦਾ ਐਜੂਕੇਸ਼ਨ ਵਿੱਚ ਜੋ ਯੋਗਦਾਨ ਹੈ, ਬਹੁਤ ਵੱਡਾ ਯੋਗਦਾਨ ਹੈ। ਆਮ ਤੌਰ 'ਤੇ ਸਾਧੂ ਲੋਕ ਆਪਣੀਆਂ ਡੇਰੇ ਬਣਾ ਕੇ ਬਹਿ ਜਾਂਦੇ, ਪੂਜਾ ਕਰਾਉਣ ਲੱਗ ਪੈਂਦੇ ਆ, ਪਰ ਪੂਜਨੀय ਬੰਤੇ ਜਿਹਨੇ ਸਕੂਲ ਦਾ ਕੰਮ, ਐਜੂਕੇਸ਼ਨ ਦਾ ਕੰਮ ਸ਼ੁਰੂ ਕੀਤਾ ਹੈ ਔਰ ਕਾਮਯਾਬ ਵੀ ਕਰ ਦਿੱਤਾ ਹੈਗਾ। ਇਸ ਤੋਂ ਉਹਦੇ ਬਾਰੇ ਆਪਾਂ ਆਉਂਦੇ ਟਾਈਮ ਵਿੱਚ, ਅੱਜ ਟਾਈਮ ਨਹੀਂ ਇਹਨਾਂ ਗੱਲ ਕਰਾਂਗੇ। ਵੀ ਮੁਲਕ ਰਾਜ ਬੱਧਨ ਦੀ ਕਥੀਨਾ ਦੀਆਂ ਵਧਾਈਆਂ ਔਰ ਨਾਲ ਸਾਰਿਆਂ ਦੇ ਰਹੇ ਹਨ। ਮੂਰਤੀ ਮਲ ਜੀ, ਭਜਨੋਂ ਮਲ ਜੀ ਸ਼ਰਧਾਂਜਲੀ ਚਮੰਡਾ ਰੰਧਾਵਾ ਨੂੰ ਉਹ ਸ਼ਰਧਾਂਜਲੀਆਂ ਵੀ ਅਰਪਣ ਕਰ ਰਹੇ ਆ, ਔਰ ਪੰਤ ਜੀ ਦਾ ਵੈਲਕਮ ਕਰ ਰਹੇ ਆ। ਸੋਹਣਾ ਰੱਤੋ ਸ਼ਰਧਾ ਦੇ ਫੁੱਲ ਭੇਟ ਕਰਦੇ ਚਮਨ ਲਾਲ ਜੀ ਨੂੰ, ਤੇ ਪੰਤ ਜੀ ਨੂੰ ਵੈਲਕਮ ਕਰ ਰਹੇ ਆ। ਫਾਊਂਡਰ ਮੈਂਬਰ ਜੀ ਸਾਡੇ ਸਾਥੀ ਸੀ ਜੀ। ਤਰਸੇਮ ਕੌਲ ਦੇ ਬੁਕੌਲ ਨੇਕ ਇਨਸਾਨ ਨੂੰ ਕੋਟੀ ਕੋਟੀ ਸ਼ਰਧਾਂਜਲੀਆਂ ਔਰ ਪੰਤ ਜੀ ਦਾ ਵੈਲਕਮ ਕਰ ਰਹੇ। ਸੁਖਦੇਵ ਸੁਮਨ ਦੀ ਕਥੀਨਾ ਦੀਆਂ ਵਧਾਈਆਂ ਅਤੇ ਚਮਨ ਲਾਲ ਰੰਧਾਵੇ ਨੂੰ ਸ਼ਰਧਾਂਜਲੀਆਂ ਦੇ ਰਹੇ। ਸ਼ਰਧਾ ਦੇ ਫੁੱਲ ਪਿੰਡ ਧਰਮਚੰਦ ਮੇਹੇ ਨੂੰ ਵੈਲਕਮ ਪੰਤ ਜੀ ਔਰ ਕਥੀਨਾ ਦੀਆਂ ਵਧਾਈਆਂ ਦੇ ਰਹੇ ਹੋ। ਚਮਨ ਲਾਲ ਜੀ ਨੂੰ ਸ਼ਰਧਾਂਜਲੀਆਂ ਵੀ ਦੇ ਰਹੇ ਹਨ। ਸੋਢੀ ਰਾਮ ਜਸਲ ਜੀ ਬੜੀ ਦੇਰ ਬਾਅਦ ਆਏ ਆ, ਜੋ ਵੀ ਠੀਕ ਨਹੀਂ ਜੀ, ਆਏ ਵੀ ਬਹੁਤ ਵਧੀਆ ਲੱਗਾ ਕਿ ਅੱਜ ਕਥੀਨਾ ਚੀਵਰ ਵੀ ਦਾਨ ਕਰਕੇ ਗਏ ਆ, ਤੇ ਪੰਤ ਜੀ ਦਾ ਵੈਲਕਮ ਕਰਦੇ। ਫਕੀਰ ਚੰਦ ਚੌਹਾਨ ਜੀ, ਗੁਰਦੇਵ ਚੌਹਾਨ ਦੇਖੋ ਬਰਮਿੰਘਮ ਤੋਂ ਆਏ ਵੀ ਸੀ, ਤਾਂ ਉਹਨਾਂ ਨੇ ਕਦੇ ਵੀ ਕਮੇਟੀ ਦਾ ਪ੍ਰੋਗਰਾਮ ਮਿਸ ਨਹੀਂ ਕੀਤਾ। ਫਕੀਰ ਚੰਦ ਚੌਹਾਨ ਜੀ ਉਹ ਹਮੇਸ਼ਾ ਆਉਂਦੇ ਆ। ਬਹੁਤ ਬਹੁਤ ਧੰਨਵਾਦ ਜੀ। ਅਮਿਤਾਭ ਕੌਰ, ਦਰਸ਼ਨਾ ਕੌਰ, ਕਥੀਨਾ ਦੀਆਂ ਬਹੁਤ ਬਹੁਤ ਵਧਾਈਆਂ, ਪੰਤ ਜੀ ਦਾ ਵੈਲਕਮ ਕਰਦੇ ਆ। ਰਮੇਸ਼ ਦਾਦਰਾ, ਮੀਨਾ ਦਾਦਰਾ ਪ੍ਰੋਗਰਾਮ ਪਸੰਦ ਕਰ ਰਹੇ ਆ ਬਰਮਿੰਘਮ ਤੋਂ। ਪ੍ਰੇਮ ਚਮਕੀਲਾ ਜੀ, ਨਰਿੰਦਰ ਕੌਰ ਜੀ ਪ੍ਰੋਗਰਾਮ ਪਸੰਦ ਕਰ ਰਹੇ ਆ। ਇਹਦੇ ਨਾਲ ਹੀ ਨਾਲ ਸਾਡੇ ਸ਼ਾਮ ਲਾਲ ਕਹਿ ਜੀ ਪ੍ਰੋਗਰਾਮ ਪਸੰਦ ਕਰ ਰਹੇ ਆ। ਸਾਡੇ ਵਾਈਸ ਪ੍ਰਧਾਨ ਜੀ ਮਦਨ ਚੌਹਾਨ ਜੀ, ਨਿਰਮਾ ਚੌਹਾਨ ਜੀ ਸ਼ਲਾਘਾ ਕਰਦੇ ਆ। ਸ਼ਰਧਾ ਦੇ ਫੁੱਲ
ਕਮੇਟੀ ਦੇ ਮੈਂਬਰ ਨੂੰ ਸ਼ਰਧਾ ਫੁੱਲ ਭੇਟ ਕਰ ਰਹੇ ਹਾਂ। ਸ਼ਾਦੀ ਲਾਲ ਸੱਲਣ ਸੱਤਿਆ ਕਥੀਨਾ ਦੀਆਂ ਬਹੁਤ ਬਹੁਤ ਵਧਾਈਆਂ। ਹਰਮੇਸ਼ ਜਸਲ ਸੱਤਿਆ ਜਸਲ ਦੀ ਪ੍ਰੋਗਰਾਮ ਬਹੁਤ ਅੱਛਾ ਹੈ, ਪੰਤੇ ਜੀ ਦਾ ਵੈਲਕਮ ਕਰ ਰਿਹਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਇਸੇ ਤਰ੍ਹਾਂ ਤੁਸੀਂ ਸਾਨੂੰ ਫੀਡਬੈਕ ਕਰਦੇ ਰਹੋ ਤੇ ਅਸੀਂ ਇੱਕ ਬੇਨਤੀ ਕਰਦੇ ਗੁਰਜਾਇਸ਼ ਕਰਦੇ ਜਾਈਏ, ਇੱਕ ਅਪੀਲ ਕਰਦੇ ਜਾਈਏ ਕਿ ਜਿਸ ਤਰ੍ਹਾਂ ਤੁਸੀਂ ਘਰਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ ਹਨ, ਕੋਈ ਨਾ ਕੋਈ ਮਾਮੂਲੀ ਸਰਵਿਸ ਵੀ ਆਉਂਦੀ ਹੈ, ਤੁਸੀਂ ਲੋਟਸ ਟੀਵੀ ਨੂੰ ਉਹਨੂੰ ਜ਼ਰੂਰ ਇੱਕ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਸਪਾਂਸਰ ਕਰੋ। ਜਿਸ ਤਰ੍ਹਾਂ ਅਸੀਂ ਪਿਛਲੇ ਇੰਨੇ ਚਿਰ ਤੋਂ ਤੁਹਾਡੇ ਆਸਰੇ ਨਾਲ ਤੁਰ ਰਹੇ ਹਾਂ, ਇੱਦਾਂ ਹੀ ਆਪਾਂ ਇਸ ਨੂੰ ਕਾਮਯਾਬ ਰੱਖਣਾ ਹੈ। ਕਿਉਂਕਿ ਬਹੁਤ ਸਾਰੇ ਤੁਹਾਨੂੰ ਮਿਲ ਜਾਣਗੇ ਮੀਡੀਆ, ਲੇਕਿਨ ਬਾਬਾ ਸਾਹਿਬ ਦੀ ਗੱਲ ਕਰਨ ਵਾਲਾ, ਤਥਾਗਤ ਬੁੱਧ ਦੀ ਧੰਮ ਦੀ ਗੱਲ ਕਰਨ ਵਾਲਾ ਲੋਟਸ ਟੀਵੀ ਹੈ। ਅਤੇ ਇਸ ਦੀ ਤੁਸੀਂ ਜ਼ਰੂਰ ਇਹਨੂੰ ਸਪਾਂਸਰ ਕਰੋ, ਸਪੋਰਟ ਕਰੋ। ਜਿਸ ਤਰ੍ਹਾਂ ਵੀ ਤੁਸੀਂ ਸਪੋਰਟ ਕਰ ਸਕਦੇ ਹੋ ਜ਼ਰੂਰ ਸਪੋर्ट करो। बहुत बहुत धन्यवाद जी। पूज्यवंत जी, जो आज जहाँ की इंटरनेशनल तुसी नाम बहुत बड़ा देता, अपने भारत ਵਿੱਚ भी इस तरह जिथे जिथे बुद्ध विहार है मनाई जाती कथीना, वहाँ भी ऐसे मनाते हैं या कि थोड़े से हट के या किस तरह? या बुद्ध धम्म की जड़े ही भारत है और बुद्ध का वर्षवास भी भारत में ही शुरू हुआ जी। बुद्ध ने पवारना भी भारत में ही स्टार्ट की और कठिन चिवरदान ये भी भारत से ही शुरू हुआ। 12वीं शती तक ये काम अच्छी तरह चलते रहा और फिर धीरे धीरे भगवान बुद्ध के धम्मों को भारत से समाप्त करने की जो कोशिश की गई जी जी, और एक समय आया कि पूरी तरह भारत से भगवान बुद्ध का धम्म समाप्त भी हो गया। लेकिन डॉक्टर बाबा साहब अम्बेडकर द्वारा फिर से धम्म ध्वज को स्थापित कर भारत के तमाम लोगों को जो भगवान बुद्ध के धम्मों को भूल चुके थे, धम्मों को ही नहीं, वो तो भगवान बुद्ध को भी भूल चुके थे कि भगवान बुद्ध भारत के या भारत के बाहर के हैं। जी जी जी। और ये बाबा साहब के माध्यम से हमें फिर से ये धम्म मिला जी। और जब ये धम्म मिला तो लोगों को पता चला कि हाँ ये बुद्ध है जी। बुद्ध की ऐसी कहानी है, बुद्ध का ये इतिहास है। लेकिन उस समय कल्चर नाम की कोई चीज भारत में उतनी ज्यादा डेवलप नहीं हुई थी। कुछ भंते लोग थे जी जी, उनके माध्यम से जो उस समय के काफी ज्ञानी भंते थे, जी मैं उन सभी का नाम नहीं लूंगा जी, लेकिन उनके माध्यम से कुछ जगह अच्छी तरह से ये कल्चर को धीरे 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 डेवलप करने की कोशिश की गई। जी। और जो कि बाबा साहब ने दीक्षा ये महाराष्ट्र में ली, जी। तो महाराष्ट्र में सबसे ज्यादा लोग बुद्ध धम्म की ओर आकर्षित होने लगे गए और उसे अपनाने लगे। अब धम्म तो अपना लिया जी, लेकिन धम्म अपनाने के साथ साथ अगर हमारे पास में उसके सांस्कृतिक कल्चर चीजें नहीं है तो फिर हम कहाँ जाए। पहले जी, तो जी। हम इधर उधर भटक रहे थे, जी जी, मंदिर मस्जिद के हम चक्कर में। गुलाम थे। वहां से बाबा साहब ने हमको निकाला, निकालने के बाद में फिर हमें ये धम्म मिला। लेकिन धम्म के अंदर में धीरे 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 ये कल्चर की शुरुआत होने लगी। जी जी, तो भारत में बड़े पैमाने पे वर्षवा समाप्ति का प्रोग्राम किया जाता है, बड़े पैमाने में, जी। स्पेशली महाराष्ट्र में। जी जी, लेकिन ये कठिन चिवरदान का जो फंक्शन है जी ये कुछ सालों से चल रहा है जी, और उसी जगह चल रहा है जहाँ के लोग वाकई में सही मायने में डेडिकेट है बुद्ध धम्म के प्रति। जी जी, तो उन्हें ये पता चल रहा है कि हाँ ये कठिना सेरेमनी
सारे बौद्ध अनुयायी का ये सबसे बड़ा महोत्सव है, तो उसको करते हैं। जी जी। अब थोड़ा हम उधर साइड जाते हैं, नॉर्थ ईस्ट साइड। तो नॉर्थ ईस्ट साइड अगर हम गए तो वहां पे ट्रेडिशनल बुद्धिज्म हमको देखने को मिलता है। हाँ। ट्रेडिशनल, तो वो लोग बाय बर्थ ही बुद्धिज्म को अंडरस्टैंड करते हैं, और वहां पे बड़े पैमाने पे कटिना सेरेमनी होती है। बड़े पैमाने पे काफी लोग अपने सर पे चिवर लेके प्रोसेशन निकालते हैं, चिवर दान होता है, संग दान होता है, बड़े पैमाने में लोग इकट्ठा होते हैं। तो ये नॉर्थ ईस्ट में है, लेकिन नॉर्थ ईस्ट से धीरे धीरे ये कल्चर अभी कई और राज्य में भी आ रहा है, चाहे यूपी हो, एमपी हो, महाराष्ट्र हो, और धीरे धीरे ये कल्चर डेवलप हो रहा है। और ये जितना ज्यादा ये कल्चर डेवलप होगा उतना ज्यादा हमें बुद्धिज्म की ओर जाने का मौका मिलेगा। क्योंकि यही एक ऐसी सेरेमनी है कि जिसके माध्यम से हम लोगों के ऊपर में भगवान बुद्ध के धम्म का प्रभाव डाल सकते हैं। उन्हें ये बता सकते हैं कि भगवान बुद्ध की जो वाणी थी वो विनयशील थी, लोक कल्याण की वाणी थी, लोक कल्याण का धम्म था। और ये लोक कल्याण के माध्यम से भगवान बुद्ध ने जो जो चीजें दी है, वो चीजें अगर हम अपनाते हैं, उसको प्रैक्टिकल रूप में हम स्वीकार करते हैं, तो निश्चित तौर पे सारे मानव जाति का कल्याण होगा। ये फत्तल की लकीर है। थैंक यू भंते जी। हमें समा बहुत जल्दी जा रहा है। हम चाहते हैं कि जितने भी हमारे दर्शक हैं और हमारा जो परिवार दुखी बच भी है, आप हमें ब्लेसिंग जरूर दे। ऐसे ना हो कि हमारे मेंबर जो है ना कमेटी के, वो उसकी जो सेहत ठीक नहीं है, कई मेंबर नहीं भी आ तो सके, उनके लिए भी हम शुभकामना करते हैं कि घर बैठे उनको से ब्लेसिंग दे, तंदुरुस्त होकर वापस बुद्ध विहार में आए। तो उनके लिए एक आज स्पेशल महोत्सव के मौके पर उनको भी हम आप ब्लेसिंग दीजिए प्लीज। जी बिल्कुल। कटिना सेरेमनी के मौके पर जितने भी उपासक उपासिका आज कटिना सेरेमनी के लिए मौजूद थे, जो नहीं आ सके उसके कई कारण हो सकते हैं, क्योंकि सब कुछ परिवर्तनशील है। एक जगह ठहरने वाली कोई भी चीज नहीं है। और परिवर्तनशील होने के बाद बच्चे से युवा अवस्था से बुजुर्ग अवस्था, और बुजुर्ग अवस्था से मरणंग अवस्था प्राप्त होती है। एंड जिसे पाली में कहा गया, जाति भी दुखा, जरा भी दुखा, मरणंग भी दुखा, शोक परिदेव दोमनस्व दुखा, पियोपि दुखा, अपियोपि दुखा। आज जो लोग हमारे बीच में हैं, उनके लिए जो रोग से ग्रस्त है, बुद्ध धम्म संघ के बल से वो निरोगी हो जी, और जो हमारे बीच में नहीं है जी जी, उनके परिवार को बुद्ध धम्म संघ के माध्यम से इस कठिन परिस्थिति से बाहर निकलने का बल प्राप्त हो जी, और उन्हें फिर से उसी जीवन शैली में आने का अवसर प्राप्त हो। तो उन्हें भी जो इन्हें कहा जाए कि विपत्ति पटिवाहाय सब संपत्ति सिद्धिया, यानी जितने भी मनुष्य के जीवन में विपत्ति है, आपदा है, रोग है, भय है, इन सारे से वो मुक्त हो जाए और धम्म के सानिध्य में निब्बान की ओर आगे बढ़े। इसी आशा के साथ सभी लोगों को बुद्ध धम्म संघ के माध्यम से मैं उन्हें शुभ आशीर्वाद देता हूँ। उन सब का कल्याण हो, उन सब का मंगल हो। साधु साधु साधु। थैंक यू बहुत बहुत धन्यवाद जी। अपन होर भी टेलीफोन आया जी, जगदीश दादरा, सुमित्री दादरा जी अपने साथी चमन लाल ਨੂੰ ਸ਼ਰਧਾਂਜਲੀਆਂ ਦੇ ਰਹੇ ਆ, ਖਤੀਨਾ ਦੀਆਂ ਵਧਾਈਆਂ ਦੇ ਰਹੇ ਆ ਅਤੇ ਭੰਤੇ ਜੀ ਨੂੰ ਵੈਲਕਮ ਕਰ ਰਹੇ ਆ। ਇਸੇ ਤਰ੍ਹਾਂ ਦੀਵਾਨ ਮਿੰਦਰਾ ਜੀ ਭੰਤੇ ਜੀ ਦਾ ਵੈਲਕਮ ਕਰ ਰਹੇ ਹਨ ਅਤੇ ਖਤੀਨਾ ਦੀਆਂ ਵਧਾਈਆਂ ਦੇ ਰਹੇ ਆ। ਬਹੁਤ ਬਹੁਤ ਧੰਨਵਾਦ ਜੀ। अपना समा बहुत जल्दी है, अपने समझ ही जा रहा। जी जी हाँ जी, भंत जी ने सारे ने ब्लैसिंग दी है जी। तो आप गल करते सी कथीना दी, की कहना चाहते हैं होर कथीना बारे? कथीना ते अज बहुत ही महोत्सव जिस तरह पंते जी ने दस्सिया कि इंटरनेशनल कथीना अज मनाई गई है ते ओदियां सारे जगत नूं और सब नूं ਵਧਾਈਆਂ। जी ते ओदे विच मेन जिहड़ी है कि आओ
ਤਥਾਗਤ ਭਗਵਾਨ ਬੁੱਧ ਦੇ ਧੰਮ ਨੂੰ ਜਾਣੀਏ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਸਾਨੂੰ ਬਹੁਤ ਹੀ ਮਹਾਨ ਧੰਮ ਗ੍ਰੰਥ ਦੇ ਕੇ ਗਏ ਆ, ਬੁੱਧ ਤੇ ਉਹਨਾਂ ਦਾ ਧੰਮ, ਬੁੱਧਾ ਐਨ ਧੰਮਾ। ਉਹਨੂੰ ਪੜ੍ਹੀਏ, ਪੜ੍ਹ ਕੇ ਜਾਣੀਏ, ਜਾਣ ਕੇ ਸਮਝੀਏ, ਸਮਝ ਕੇ ਬੁੱਧ ਧੰਮ ਅਪਣਾਈਏ। ਬੁੱਧ ਧੰਮ ਅਪਣਾ ਕੇ ਇੱਕ ਧੰਮ ਏਕਤਾ ਬਣਾ ਕੇ ਧੰਮ ਸ਼ਕਤੀ ਦੇ ਨਾਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਸੁਪਨਾ ਭਾਰਤ ਨੂੰ ਪ੍ਰਬੁੱਧ ਭਾਰਤ ਬਣਾਈਏ। ਤਾਂ ਜਿਸ ਤਰ੍ਹਾਂ ਕਿ ਸਤਿਗੁਰੂ ਰਵਿਦਾਸ ਜੀ ਦਾ ਸੰਕਲਪ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸਮ ਬਸੇ ਰਵਿਦਾਸ ਰਹੇ ਪ੍ਰਸੰਨ। ਬੇਗਮਪੁਰਾ ਤੇ ਤਥਾਗਤ ਬੁੱਧ ਦਾ ਧੰਮ ਰਾਜ ਸਥਾਪਿਤ ਕਰੀਏ। ਸੋਸ਼ਲ ਚੇਂਜ ਆਵੇ ਤੇ ਉਹ ਤਾਂ ਹੀ ਹੋਣੀ ਆ ਕਿ ਜਦੋਂ ਅਸੀਂ ਬਾਬਾ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਾਂਗੇ, ਤਥਾਗਤ ਭਗਵਾਨ ਬੁੱਧ ਦੀਆਂ ਜਿਹੜੀਆਂ ਸਿੱਖਿਆਵਾਂ ਤੇ ਚੱਲਾਂਗੇ। ਜਿਸ ਤਰ੍ਹਾਂ ਕਿ ਬਹੁਤ ਹੀ ਵਧੀਆ ਤਥਾਗਤ ਬੁੱਧ ਨੇ ਧੰਮਪਦ ਦੇ ਵਿੱਚ, ਗਾਥਾ ਦੇ ਵਿੱਚ ਕਿਹਾ ਆ, ਸਭ ਪਾਪਸ ਅਕਰਣੰ ਕੁਸ਼ਲਸ ਉਪ ਸੰਪਤਾ ਸਚਿਤ ਪਰਿਜੋਧ ਪਨੰ ਏਤੰ ਬੁੱਧਾਨੁਸ਼ਾਸਨੰ। ਕਿ ਸਾਰੇ ਪਾਪ ਕੰਮ ਦਾ ਨਾ ਕਰਦੇ ਹੋਏ, ਕੁਸ਼ਲ ਕੰਮ ਕਰਦੇ ਹੋਏ ਤੇ ਕੁਸ਼ਲ ਕੰਮ ਕਰਦੇ ਕਰਦੇ ਆਪਣੇ ਚਿੱਤ ਨੂੰ ਨਿਰਮਲ ਬਣਾ ਕੇ ਰੱਖਦੇ ਹੋਏ, ਤੇ ਇਹੀ ਬੁੱਧਾ ਦੀਆਂ ਸਿੱਖਿਆਵਾਂ ਨੇ। ਧੰਮਪਦ ਦੀ ਕੋਈ ਗਾਥਾ, ਤੇ ਉਸੇ ਧੰਮਪਦ ਦੀ ਗਾਥਾ ਦੇ ਵਿੱਚ ਅੱਜ ਗੱਲ ਚੱਲ ਰਹੀ ਆ ਕਿ ਪੰਤੇ ਹੁਣੀ ਇੰਨਾ ਸਖਤ ਮਿਹਨਤ ਕਰਦੇ ਆ। ਉਹਦੇ ਵਿੱਚ ਧੰਮਪਦ ਦੇ ਵਿੱਚ ਬੁੱਧ ਬਗ ਦੇ ਵਿੱਚ ਹੀ ਆਉਂਦਾ ਆ, ਅਨੂਪ ਬਾਦੋ ਅਨੂਪ ਘਾਤੋ ਪਾਥੀ ਮੋਖੇ ਚ ਸੰਭਰੋ। ਇਹ ਜਿਹੜਾ ਆਪਣੇ ਭਿੱਖੂ ਸੰਘ ਆ, ਇਹ ਪਾਥੀ ਮੋਖੇ ਦਾ ਜਿਹੜਾ ਅਧਿਐਨ ਕਰਦੇ ਆ, ਬਿਨੇ ਪਿਟਕਾ ਦਾ। ਮਤੁੰਤਾ ਚ ਪਤਸਿਮੰ ਪਤੰਚ ਸਿਆਸਨੰ ਅਧ ਚਿੱਤੇ ਚ ਅਜੋਗੋ ਏਤੰ ਬੁੱਧਾਨੁਸ਼ਾਸਨੰ। ਨਿੰਦਾ ਨਹੀਂ ਕਰਨਾ, ਕਿਸੇ ਨੂੰ ਦੁੱਖ ਨਹੀਂ ਦੇਣਾ, ਤੇ ਪਾਥੀ ਮੋਕਾ ਵਿੱਚ ਸੰਜਮ ਰੱਖਣਾ, ਭੋਜਨ ਦੀ ਮਾਤਰਾ ਦਾ ਖਿਆਲ ਰੱਖਣਾ, ਤੇ ਇਕਾਂਤਵਾਸ ਦੇ ਵਿੱਚ ਰਹਿਣਾ, ਤੇ ਆਪਣੇ ਚਿੱਤ ਨੂੰ ਯੋਗ ਸਮਾਧੀ ਵਿੱਚ ਲਗਾਉਣਾ। ਇਹੀ ਤਥਾਗਤ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਨੇ। ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਪੰਤ ਜੀ, ਆਪ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਆਪ ਕੀਮਤੀ ਵਕਤ ਕੱਢ ਕੇ ਸਾਡੇ ਨਾਲ ਇਸ ਸਟੂਡੀਓ ਵਿੱਚ ਆਏ ਹੋ। ਸੁਮਨ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ। ਸਾਡੇ ਮੁਲਖ ਰਾਜ ਬੱਧਨ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਟੈਲੀਫੋਨ ਦੀ ਸੇਵਾ ਕਰ ਰਹੇ ਹੈ। ਗੌਤਮ ਰੱਤੂ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਆਪ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣਾ ਟੈਲੀਫੋਨ ਕਰਕੇ ਵਧਾਈਆਂ ਦਿੱਤੀਆਂ ਹਨ, ਔਰ ਸਾਥੀ ਸਾਡੇ ਚਮਨ ਲਾਲ ਰੰਧਾਵਾ ਜੀ ਨੂੰ ਸ਼ਰਧਾਂਜਲੀਆਂ ਦਿੱਤੀਆਂ ਹਨ। ਤੇ ਅੱਜ ਜੋ ਸਾਡਾ ਪ੍ਰੋਗਰਾਮ ਹੈ ਸਮਾਪਤ ਹੋ ਰਿਹਾ ਹੈ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਨਮੋ ਬੁੱਧਾ, ਜੈ ਭੀਮ, ਜੈ ਪ੍ਰਬੁੱਧ ਭਾਰਤ ਜੀ।